ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੀਸਰੀ ਵਾਰ ਬਾਲ ਬਚ ਗਏ ਡੋਨਲਡ ਟਰੰਪ। ਚੈੱਕ ਪੁਆਇੰਟ ਦੇ ਉੱਤੇ ਹੀ ਉਸ ਇਨਸਾਨ ਨੂੰ ਅਰੈਸਟ ਕਰ ਲਿੱਤਾ ਗਿਆ ਜਿਹਦੇ ਕੋਲ ਅਸਲਾ ਸੀ, ਔਰ ਇਹ ਇੱਕ ਸ਼ੱਕ ਹੈ ਕਿ ਇਹ ਇਨਸਾਨ ਡੋਨਲਡ ਟਰੰਪ ਦੀ ਰੈਲੀ ਦੇ ਆਸ-ਪਾਸ ਕੀ ਕਰ ਰਿਹਾ ਸੀ। ਇਹ ਇੱਕ ਹੋਰ ਅਟੈਂਪਟ ਹੋ ਸਕਦੀ ਸੀ ਉਹਨਾਂ ਦੀ ਜ਼ਿੰਦਗੀ ਦੇ ਉੱਤੇ, ਔਰ ਸਿਕਿਉਰਿਟੀ ਫੋਰਸਿਸ ਕਹਿੰਦੀਆਂ ਨੇ ਕਿ ਅਸੀਂ ਇੱਕ ਤੀਸਰੇ ਹਮਲੇ ਨੂੰ ਵੀ ਨਾਕਾਮ ਕਰ ਦਿੱਤਾ। ਡੋਨਲਡ ਟਰੰਪ ਬਿਲਕੁਲ ਸੁਰੱਖਿਅਤ ਨੇ। ਇੰਡੀਆ ਇੰਟਰਨੈਸ਼ਨਲ ਉਹ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੀ ਵੱਲ ਖਿੱਚਦੇ ਪਏ ਨੇ। ਸੋ ਇਹ ਗੱਲ ਵਿਚਾਰ ਕਰਨ ਵਾਲੀ ਹੈ ਕਿ ਡੈਮੋਕ੍ਰੇਸੀ, ਸਿਕਿਉਰਿਟੀ, ਇੰਟਰਨੈਸ਼ਨਲ ਇਮੇਜ, ਜੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਕਰੋ, ਅਮਰੀਕਾ ਕਿੱਥੇ ਖੜਦਾ ਹੈ। ਪੂਰੀ ਦੁਨੀਆ ਕਹਿੰਦੀ ਹੈ ਕਿ ਅਮਰੀਕਨ ਸਿਕਿਉਰਿਟੀ ਬੜੀ ਜ਼ਬਰਦਸਤ ਆ। ਪਿੱਛੇ ਜੇ ਵੀ ਗੱਲ ਚੱਲੀ ਜਦੋਂ ਡੋਨਲਡ ਟਰੰਪ ਦੀ ਜ਼ਿੰਦਗੀ ਦੇ ਉੱਤੇ ਅਟੈਂਪਟਸ ਹੋਏ ਕਿ ਇਹਨਾਂ ਏਜੰਸੀਜ਼ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਇਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ, ਔਰ ਇਹਨਾਂ ਏਜੰਸੀਜ਼ ਵੱਲੋਂ ਇਹ ਗੱਲ ਕਹੀ ਗਈ ਕਿ ਡੋਨਲਡ ਟਰੰਪ ਸਿਟਿੰਗ ਪ੍ਰੈਜ਼ੀਡੈਂਟ ਨਹੀਂ ਹੈਗੇ, ਇਸ ਕਰਕੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਉਨੇ ਲੋਕ ਤਾਇਨਾਤ ਨਹੀਂ ਹੁੰਦੇ ਜਿੰਨੇ ਜੋ ਬਾਈਡਨ ਦੀ ਸਿਕਿਉਰਿਟੀ ਦੇ ਵਿੱਚ ਤਾਇਨਾਤ ਨੇ। ਤਮਾਮ ਗੱਲਾਂ, ਬਟ ਹੁਣ ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਬੇਸ਼ੱਕ ਵਾਲ ਬਚ ਗਏ ਨੇ, ਬੇਸ਼ੱਕ ਇਸ ਹਮਲੇ ਨੂੰ ਵੀ ਟਾਲ ਦਿੱਤਾ ਗਿਆ, ਪਰ ਇਹ ਸੰਕੇਤ ਕਿੱਧਰ ਜਾ ਰਿਹਾ ਹੈ, ਕਿਉਂਕਿ ਹਜੇ ਕੁਝ ਦਿਨ ਬਾਕੀ ਨੇ, ਹਜੇ ਇਲੈਕਸ਼ਨਸ ਹੋਣੀਆਂ ਨੇ ਨਵੰਬਰ 5 ਦੇ ਵਿੱਚ। ਸੋ ਇਹਨਾਂ ਦਿਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਰਿਸਕੀ ਹੋ ਚੁੱਕਾ ਹੈ। ਡੋਨਲਡ ਟਰੰਪ ਨੂੰ ਅੱਗੇ ਜਾ ਕੇ ਵੀ ਇਹਤਿਆਤ ਵਰਤਣੀ ਪੈਣੀ ਹੈ, ਔਰ ਇਹਨਾਂ ਨੂੰ ਇਹੀ ਇੰਸਟਰਕਸ਼ਨਸ ਦੇ ਰਹੀਆਂ ਨੇ ਸਿਕਿਉਰਿਟੀ ਏਜੰਸੀਜ਼। ਬਟ ਡੋਨਲਡ ਟਰੰਪ ਬੇਬਾਕ, ਨਿਡਰ, ਆਪਣੇ ਤਰੀਕੇ ਨਾਲ ਆਪਣੇ ਲਾਈਫ ਸਟਾਈਲ ਨੂੰ ਜਿਉਣ ਵਾਲੇ। ਖੈਰ, ਅਸੀਂ ਸਾਰੇ ਆਪਣੇ ਇਸ ਪਲੇਟਫਾਰਮ ਤੋਂ ਇਹ ਪ੍ਰੇ ਕਰਦੇ ਹਾਂ ਕਿ ਅਮਰੀਕਾ ਦੀਆਂ ਇਲੈਕਸ਼ਨਸ ਸੁੱਖ ਸ਼ਾਂਤੀ ਨਾਲ ਹੋਣ, ਕੋਈ ਅਜਿਹੀ ਅਣਹੋਣੀ ਘਟਨਾ ਨਾ ਵਾਪਰੇ। ਜੋ ਬਾਈਡਨ ਵੀ ਇਸ ਨੂੰ ਲੈ ਕੇ ਤਸੱਲੀ ਕਰਨਾ ਚਾਹੁੰਦੇ ਨੇ ਕਿ 2024 ਦੀਆਂ ਇਲੈਕਸ਼ਨਸ ਸ਼ਾਂਤੀਪੂਰਨ ਹੋ ਜਾਣ, ਕਿਉਂਕਿ ਫੇਅਰ ਐਂਡ ਫਰੀ ਤਾਂ ਹੋਣਗੀਆਂ ਹੀ, ਇਹਦੇ ਵਿੱਚ ਕੋਈ ਕੇਓਸ ਨਾ ਹੋਵੇ, ਕੋਈ ਡਿਸਆਰਡਰ ਨਾ ਹੋਵੇ। ਔਰ ਡੋਨਲਡ ਟਰੰਪ ਵੀ ਇਹ ਸੁਜੈਸਟ ਕਰਦੇ ਨੇ ਕਿ ਨੈਸ਼ਨਲ ਗਾਰਡਸ ਨੂੰ ਇਲੈਕਸ਼ਨਸ ਦੇ ਦੌਰਾਨ ਯੂਨਾਈਟਿਡ ਸਟੇਟਸ ਦੇ ਅੰਦਰ ਥਾਂ ਦੇ ਉੱਤੇ ਡਿਪਲੋਏ ਕੀਤਾ ਜਾਵੇ, ਤਾਂ ਕਿ ਇਹ ਸ਼ਿਓਰ ਹੋਵੇ ਕਿ ਜਿਹੜੇ ਦੇਸ਼ ਦੇ ਅੰਦਰ ਦੁਸ਼ਮਣ ਬੈਠੇ ਨੇ ਉਹ ਕੋਈ ਅਜਿਹੀ ਕਾਰਵਾਈ ਨਾ ਕਰ ਸਕਣ ਜੋ ਦੇਸ਼ ਦੀ ਸਿਕਿਉਰਿਟੀ ਨੂੰ ਖਤਰਾ ਹੋਵੇ। ਔਰ ਪੂਰੀ ਦੁਨੀਆ ਦੇ ਅੰਦਰ ਇਹ ਇੱਕ ਇਮੇਜ ਬਣਦੀ ਆ ਕਿ ਅਮਰੀਕਾ ਦੇ ਅੰਦਰ ਸਿਕਿਉਰਿਟੀ ਦਾ ਕੀ ਹਾਲ ਆ। ਸੋ ਕੇਓਸ ਨੂੰ ਕੰਟਰੋਲ ਕਰਨ ਵਾਸਤੇ, ਐਨੇਮੀ ਫਰੋਮ ਵਿਦਿਨ, ਉਸ ਨੂੰ ਕੰਟਰੋਲ ਕਰਨ ਵਾਸਤੇ ਨੈਸ਼ਨਲ ਗਾਰਡਸ ਨੂੰ ਲਗਾਇਆ ਜਾਵੇ। ਇਹ ਡੋਨਲਡ ਟਰੰਪ ਦਾ ਸੁਜੈਸ਼ਨ ਆ। ਨਾਲ ਉਹ ਆਪਣੀਆਂ ਰੈਲੀਆਂ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਜੇ ਉਹ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਜਾਂਦੇ ਨੇ ਤਾਂ ਉਹ ਸਾਰੀਆਂ ਫੌਜਾਂ ਅਮਰੀਕਾ ਦੀਆਂ ਜੋ ਵਿਦੇਸ਼ਾਂ ਵਿੱਚ ਜੰਗਾਂ ਵਿੱਚ ਮੌਜੂਦ ਨੇ, ਜੰਗ ਲੜ ਰਹੀਆਂ ਨੇ, ਉਹਨਾਂ ਨੂੰ ਮੈਂ ਵਾਪਸ ਬੁਲਾ ਲਾਂਗਾ, ਔਰ ਉਹਨਾਂ ਨੂੰ ਜੌਬ ਦਿੱਤੀ ਜਾਏਗੀ ਅਮਰੀਕਾ ਦੇ ਬਾਰਡਰਸ ਦੀ ਸਿਕਿਉਰਿਟੀ ਦੀ। ਕਿਤੇ ਨਾ ਕਿਤੇ ਇਹ ਇਸ਼ੂ ਇਮੀਗ੍ਰੈਂਟਸ ਦੇ ਨਾਲ ਜੋੜਿਆ ਜਾ ਰਿਹਾ, ਕਿਉਂਕਿ ਡੋਨਲਡ ਟਰੰਪ ਇਹ ਵੀ ਕਹਿ ਰਹੇ ਨੇ ਕਮਲਾ ਹੈਰਿਸ ਦੀਆਂ ਰੈਲੀਜ਼ ਦੇ ਜਵਾਬ ਦੇ ਵਿੱਚ ਇਮੀਗ੍ਰੇਸ਼ਨ ਦੇ ਇਸ਼ੂ ਦੇ ਉੱਤੇ ਕਿ ਉਹ 20,000 ਐਕਸਟਰਾ ਆਰਮੀ ਦੇ ਬੰਦੇ ਹੋਰ ਲੈ ਕੇ ਆਉਣਗੇ ਬਾਰਡਰਸ ਦੀ ਸਿਕਿਉਰਿਟੀ ਵਾਸਤੇ, ਚਾਹੇ ਉਹ ਮੈਕਸੀਕੋ ਦਾ ਬਾਰਡਰ ਹੈ, ਚਾਹੇ ਦੂਸਰੇ ਬਾਰਡਰਸ ਨੇ, ਸਭ ਨੂੰ ਸੀਲ ਬੰਦ ਕਰ ਦਿੱਤਾ ਜਾਏਗਾ। ਔਰ ਉਹ ਇਮੀਗ੍ਰੈਂਟਸ ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹੈਗੇ, ਇਲੀਗਲ ਨੇ, ਔਰ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੀ ਧਰਤੀ ਦੇ ਉੱਤੇ ਰਹਿ ਰਹੇ ਨੇ, ਉਹਨਾਂ ਨੂੰ ਕੱਢਣ ਵਾਸਤੇ ਮੈਂ ਫੋਰਸਿਸ ਦਾ ਇਸਤੇਮਾਲ ਕਰਾਂਗਾ। ਸੋ ਇਹ ਬਿਲਕੁਲ ਬਲੈਕ ਐਂਡ ਵਾਈਟ ਦੇ ਵਿੱਚ ਗੱਲ ਹੁਣ ਬਿਲਕੁਲ ਕਲੀਅਰ ਹੋ ਚੁੱਕੀ ਹੈ ਕਿ ਜਿਉਂ ਇਲੈਕਸ਼ਨਸ ਦਾ ਦਿਨ ਨੇੜੇ ਆ ਰਿਹਾ, ਤਿਉਂ ਡੋਨਲਡ ਟਰੰਪ ਦੀਆਂ ਸੁਰਾਂ ਬਹੁਤ ਸਖਤ ਹੋ ਰਹੀਆਂ ਨੇ ਉਹਨਾਂ ਇਮੀਗ੍ਰੈਂਟਸ ਦੇ ਲਈ। ਸ਼ਬਦਾਵਲੀ ਬੜੀ ਸਖਤ ਹੋ ਰਹੀ ਆ ਉਹਨਾਂ ਇਮੀਗ੍ਰੈਂਟਸ ਦੇ ਲਈ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੀ ਧਰਤੀ ਦੇ ਉੱਤੇ ਰਹਿ ਰਹੇ ਨੇ। ਸੋ
ਕਮਲਾ ਹੈਰਿਸ ਕੁਝ ਨਾ ਕੁਝ ਸੌਫਟ ਕਾਰਨਰ ਰੱਖਦੇ ਨੇ, ਪਰ ਡੋਨਲਡ ਟਰੰਪ ਬਿਲਕੁਲ ਨਹੀਂ। ਔਰ ਦੇਖਿਆ ਜਾਵੇ ਤੇ ਇਲੈਕਸ਼ਨਸ ਦੇ ਵਿੱਚ ਇਸ ਮੁੱਦੇ ਨੂੰ ਇੰਨਾ ਜ਼ਿਆਦਾ ਹਵਾ ਦਿੱਤੀ ਜਾ ਰਹੀ ਆ ਕਿ ਇਸ ਮੁੱਦੇ ਦੇ ਸਿਰ ਦੇ ਉੱਤੇ ਜਿਵੇਂ ਇਲੈਕਸ਼ਨਸ ਜਿੱਤਣੀਆਂ ਹੋਣ, ਕਿਉਂਕਿ ਪੋਲਰਾਈਜੇਸ਼ਨ ਜਿਵੇਂ ਆਪਾਂ ਕਹਿੰਦੇ ਆ ਕਿ ਵੋਟਰਸ ਨੂੰ ਇਸ ਮੁੱਦੇ ਦੇ ਉੱਤੇ ਇਕਜੁੱਟ ਕਰ ਲਵੋ ਤੇ ਉਹ ਫਿਰ ਇਸ ਮੁੱਦੇ ਦੇ ਕਾਰਨ ਤੁਹਾਨੂੰ ਵੋਟਾਂ ਪਾਉਣਗੇ। ਕਿਉਂਕਿ ਇਹ ਬਾਰ-ਬਾਰ ਕਹਿਣਾ ਕਿ ਇਹਨਾਂ ਇਮੀਗ੍ਰੈਂਟਸ ਦੇ ਕਾਰਨ ਇਕਨੋਮੀ ਦੇ ਉੱਤੇ ਜ਼ਿਆਦਾ ਭਾਰ ਪੈ ਰਿਹਾ ਹੈ, ਖਰਚੇ ਜ਼ਿਆਦਾ ਵੱਧ ਰਹੇ ਨੇ, ਕ੍ਰਾਈਮ ਰੇਟ ਵੱਧਦਾ ਪਿਆ ਹੈ। ਇੱਥੋਂ ਤੱਕ ਵੀ ਗੱਲ ਹੋਈ ਕਿ ਜਿਹੜੇ ਇਹ ਇਲੀਗਲ ਇਮੀਗ੍ਰੈਂਟਸ ਅਮਰੀਕਨਸ ਨੂੰ ਜਾਨੋਂ ਮਾਰਦੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਹ तमाम ਗੱਲਾਂ ਹੋ ਰਹੀਆਂ ਨੇ। ਸੋ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਨਾਲ ਕੈਸ਼ ਕਰਨ ਦੀ ਯੋਜਨਾ ਹੈ ਰਿਪਬਲਿਕਨਸ ਦੀ। ਸੋ ਡੋਨਲਡ ਟਰੰਪ ਇਹਦੇ ਉੱਤੇ ਬਹੁਤ ਜ਼ਬਰਦਸਤ ਭਾਸ਼ਣ ਦਿੰਦੇ ਨੇ ਔਰ ਇਹਨਾਂ ਨੂੰ ਇਮੀਗ੍ਰੈਂਟ ਐਨਮੀ ਇੱਦਾਂ ਦੀ ਟਰਮੀਨੋਲੋਜੀ ਵੀ ਇਸਤੇਮਾਲ ਕਰਦੇ ਨੇ। ਸੋ ਜਿੱਦਾਂ ਡੈਮੋਕ੍ਰੇਟਸ ਐਬੋਰਸ਼ਨ ਦੇ ਇਸ਼ੂ ਨੂੰ ਕੈਸ਼ ਕਰਨਾ ਚਾਹੁੰਦੇ ਨੇ ਇਸ ਇਲੈਕਸ਼ਨ ਦੇ ਵਿੱਚ ਔਰ ਇਸ ਮੁੱਦੇ ਦੇ ਉੱਤੇ ਇਲੈਕਸ਼ਨ ਜਿੱਤਣਾ ਚਾਹੁੰਦੇ ਨੇ, ਲਾਈਕਵਾਈਜ਼ ਰਿਪਬਲਿਕਨਸ ਇਮੀਗ੍ਰੈਂਟਸ ਦੇ ਮੁੱਦੇ ਦੇ ਉੱਤੇ ਇਲੈਕਸ਼ਨਸ ਜਿੱਤਣਾ ਚਾਹੁੰਦੇ ਨੇ। ਦੇਖੋ ਇਹ ਸਾਰੇ ਮੁੱਦੇ ਘੁੰਮ ਕੇ ਕਿੱਥੇ ਆ ਕੇ ਖੜੇ ਹੋਏ ਨੇ, ਕਿਸ ਪੁਆਇੰਟ ਦੇ ਉੱਤੇ ਆ ਕੇ ਖੜੇ ਹੋਏ ਨੇ। ਔਰ ਡੋਨਲਡ ਟਰੰਪ ਕਮਲਾ ਹੈਰਿਸ ਨੂੰ ਜਦੋਂ ਨਿੰਦਾ ਕਰਦੇ ਨੇ ਉਦੋਂ ਇਹ ਗੱਲ ਕਹਿੰਦੇ ਨੇ ਕਿ ਜੇ ਇਹ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਗਏ ਤਾਂ ਜਿਸ ਮੁੱਦੇ ਨੂੰ ਲੈ ਕੇ ਇਹ ਇਲੈਕਸ਼ਨ ਜਿੱਤ ਰਹੇ ਨੇ, ਐਬੋਰਸ਼ਨ ਦਾ ਮੁੱਦਾ, ਇਹ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕਰਨਗੇ। ਇਹ ਮੁੱਦਾ ਸਿਰਫ ਇਲੈਕਸ਼ਨਸ ਨੂੰ ਜਿੱਤਣ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ। ਔਰ ਜੋ ਇਮੀਗ੍ਰੈਂਟਸ ਦੀ ਪਾਲਿਸੀ ਹੈ ਇਹਦੇ ਵਿੱਚ ਕਮਲਾ ਹੈਰਿਸ ਆਪਣੀ ਦਲੀਲ ਦਿੰਦੇ ਨੇ ਕਿ ਅਸੀਂ ਸੌਫਟ ਹਾਂ, ਅਸੀਂ ਇਹ ਚੀਜ਼ ਜਾਂਚਣਾ ਚਾਹੁੰਦੇ ਹਾਂ, ਦੇਖਣਾ ਚਾਹੁੰਦੇ ਹਾਂ, ਘੋਖਣਾ ਚਾਹੁੰਦੇ ਹਾਂ ਕਿ ਉਹ ਕਿਹੜੇ ਹਾਲਾਤ ਨੇ ਕਿ ਇਹ ਇਮੀਗ੍ਰੈਂਟ ਸਾਡੀ ਧਰਤੀ ਤੇ ਆਏ ਨੇ ਔਰ ਉਹਨਾਂ ਨਾਲ ਹਿਊਮਨ ਰਾਈਟਸ ਦੇ ਨਾਤੇ ਕਿੱਦਾਂ ਦਾ ਵਿਵਹਾਰ ਹੋਣਾ ਚਾਹੀਦਾ ਹੈ। ਬਟ ਅਮਰੀਕਾ ਦੀ ਸਿਕਿਉਰਿਟੀ ਨੂੰ ਅਸੀਂ ਦਾਅ ਤੇ ਨਹੀਂ ਲਗਾ ਸਕਦੇ। ਅਸੀਂ ਅਮਰੀਕਾ ਦੀ ਸਿਕਿਉਰਿਟੀ ਨੂੰ, ਲਾਜ਼ ਨੂੰ ਸਾਹਮਣੇ ਰੱਖ ਕੇ ਹੀ ਇਹ ਸਾਰੇ ਮਾਮਲੇ ਨਜਿੱਠਾਂਗੇ। ਸ਼ੀ ਇਜ਼ ਪ੍ਰੈਟੀ ਕਲੀਅਰ। ਔਰ ਡੋਨਲਡ ਟਰੰਪ ਪੂਰਾ ਅਗਰੈਸਿਵ ਔਰ ਪੂਰਾ ਗੁੱਸੇ 'ਚ ਨੇ। ਸੋ ਇਹ ਦੋਵੇਂ ਮੁੱਦੇ ਬਹੁਤ ਜ਼ਿਆਦਾ ਉਛਾਲੇ ਜਾ ਰਹੇ ਨੇ ਔਰ ਵੋਟਰਸ ਇਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਜਿਹਨੂੰ ਕਹਿੰਦੇ ਨੇ ਧਰੁਵੀਕਰਨ ਕਰਨਾ, ਪੋਲਰਾਈਜੇਸ਼ਨ ਕਰਨਾ, ਇਸ ਦੀ ਐਫਰਟ ਬਿਲਕੁਲ ਚੱਲ ਰਹੀ ਹੈ। ਔਰ ਕਮਲਾ ਹੈਰਿਸ ਔਰ ਡੋਨਲਡ ਟਰੰਪ ਦੀਆਂ ਕੈਂਪੇਨਸ ਵੋਟਰਸ ਦਾ ਪਿੱਛਾ ਕਰ ਰਹੀਆਂ ਨੇ, ਵੋਟਰਸ ਨੂੰ ਆਪਣੇ ਖੇਮੇ ਵਿੱਚ, ਆਪਣੇ ਕੈਂਪ ਦੇ ਵਿੱਚ ਲਿਆਉਣ ਦੀ ਬਿਲਕੁਲ ਕੋਸ਼ਿਸ਼ ਕਰ ਰਹੀਆਂ ਨੇ, ਕਿਉਂਕਿ ਹੁਣ ਇਹਨਾਂ ਵੋਟਰਸ ਨੇ ਹੀ ਡਿਸਾਈਡ ਕਰਨਾ ਹੈ ਕਿ ਇਲੈਕਸ਼ਨਸ ਦਾ ਨਤੀਜਾ ਕੀ ਹੋਏਗਾ। ਔਰ ਜੋ ਅਨਡਿਸਾਈਡਡ ਵੋਟਰਸ ਨੇ ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਸੋਚ ਨੂੰ ਇੱਕ ਪਾਸੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। 22, 21, 22 ਇੰਨੇ ਕੀ ਦਿਨ ਰਹਿ ਗਏ ਨੇ ਜਦੋਂ ਇਲੈਕਸ਼ਨਸ ਹੋਣੀਆਂ ਨੇ, ਤਾਂ ਜਿਹੜੇ ਇੰਡੀਪੈਂਡੈਂਟ ਵੋਟਰਸ ਨੇ ਉਹ ਇਹ ਦੋਨਾਂ ਆਪਸ਼ਨਸ ਦੇ ਵਿੱਚੋਂ ਹੁਣ ਡਿਸਾਈਡ ਕਰਨ ਜਾ ਰਹੇ ਨੇ ਕਿ ਵੋਟ ਕਿੱਧਰ ਪਾਉਣੀ ਹੈ, ਆਈਦਰ ਕਮਲਾ ਹੈਰਿਸ ਔਰ ਡੋਨਲਡ ਟਰੰਪ। ਔਰ ਇਹ ਦੋ ਮੁੱਦੇ ਐਬੋਰਸ਼ਨ ਐਂਡ ਇਮੀਗ੍ਰੈਂਟਸ ਇਹ ਖਾਸ ਕਰਕੇ ਪ੍ਰਭਾਵਿਤ ਕਰ ਰਹੇ ਨੇ ਵੋਟਰਸ ਦੇ ਮਨ ਨੂੰ। ਔਰ ਜਦੋਂ ਤੱਕ ਆਪਾਂ ਇਮੀਗ੍ਰੈਂਟਸ ਦੀ ਗੱਲ ਕਰਦੇ ਹਾਂ ਤਾਂ ਇੱਥੇ ਆ ਜਾਂਦੇ ਨੇ ਬਲੈਕ ਵੋਟਰਸ, ਇੱਥੇ ਆ ਜਾਂਦੇ ਨੇ ਲੈਟੀਨੋਸ, ਜਿਨ੍ਹਾਂ ਨੇ 2020 ਦੇ ਵਿੱਚ ਜੋ ਬਾਈਡਨ ਨੂੰ ਜਿਤਾਉਣ ਦੇ ਵਿੱਚ ਮਦਦ ਕੀਤੀ ਔਰ ਉਸੇ ਚੀਜ਼ ਨੂੰ ਹੀ ਰੈਪਲੀਕੇਟ ਕਰਨਾ ਚਾਹੁੰਦੇ ਨੇ, ਦੁਹਰਾਉਣਾ ਚਾਹੁੰਦੇ ਨੇ ਕਮਲਾ ਹੈਰਿਸ, ਔਰ ਬਹੁਤ ਕੋਸ਼ਿਸ਼ ਵੀ ਕਰ ਰਹੇ ਨੇ। 2020 ਤੋਂ ਬਾਅਦ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦੇ ਅੰਦਰ ਵੋਟਰਸ ਜਾਂ ਵੋਟ ਬੈਂਕ ਲੂਜ਼ ਕੀਤੇ ਨੇ ਡੈਮੋਕ੍ਰੈਟਸ ਨੇ, ਉਹਨਾਂ ਨੂੰ ਵਾਪਸ ਇਕੱਠੇ ਕਰਨ ਦੇ ਵਿੱਚ ਕਾਮਯਾਬ ਹੋਏ ਨੇ ਕਮਲਾ ਹੈਰਿਸ। ਬਟ ਸਟਿਲ ਬਹੁਤ ਕੁਝ ਕਰਨਾ ਬਾਕੀ ਹੈ, ਖਾਸ ਕਰਕੇ ਬਲੈਕ ਮੈਨ ਵੋਟਰਸ ਦੇ ਉੱਤੇ। ਔਰ ਇਹ ਕਮਲਾ ਹੈਰਿਸ ਦੇ ਵਾਸਤੇ ਇੱਕ ਚੈਲੰਜ ਹੋਣ ਵਾਲਾ ਹੈ। ਔਰ ਅਸੀਂ ਕਿਤੇ ਨਾ ਕਿਤੇ ਦੇਖਦੇ ਹਾਂ ਕਿ ਜੋ ਲੈਟੀਨੋਸ ਨੇ ਉਹ ਕਮਲਾ ਹੈਰਿਸ ਦੇ ਵਿੱਚ ਔਰ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਪਣਾ ਵਿਸ਼ਵਾਸ ਗਵਾ ਰਹੇ ਨੇ ਔਰ ਉਹਨਾਂ ਦਾ ਵਿਸ਼ਵਾਸ ਡੋਨਲਡ ਟਰੰਪ ਵੱਲ ਬਣਦਾ ਪਿਆ ਹੈ ਇਮੀਗ੍ਰੈਂਟਸ ਦੇ ਇਸ਼ੂ ਦੇ ਉੱਤੇ। ਸੋ ਟਰੰਪ ਬਲੈਕ ਵੋਟਰਸ ਦੇ ਵਿੱਚ ਵੀ ਕਿਤੇ ਨਾ ਕਿਤੇ ਗਰਾਊਂਡ ਜ਼ਿਆਦਾ ਘੇਰਦੇ ਪਏ ਨੇ, ਪੋਲੀਟੀਕਲ ਸਪੇਸ ਆਪਣੀ ਵਧਾਈ ਜਾ ਰਹੇ ਨੇ ਔਰ ਉਹਨਾਂ ਨੂੰ ਫਾਇਦਾ ਹੋ ਰਿਹਾ। ਔਰ ਕਮਲਾ ਹੈਰਿਸ ਕਿਤੇ ਨਾ ਕਿਤੇ ਪਿੱਛੇ ਪੈਂਦੇ ਜਾ ਰਹੇ ਨੇ, ਲੂਜ਼ ਕਰਦੇ ਪਏ ਨੇ। ਇਸ ਕਰਕੇ ਇਹ ਇੱਕ ਬਹੁਤ ਵੱਡਾ ਚੈਲੰਜ ਬਣਿਆ ਹੋਇਆ, ਕਿਉਂਕਿ ਕਮਲਾ ਹੈਰਿਸ ਦੀ ਪਪੂਲੈਰਿਟੀ ਹਜੇ ਜੋ ਬਾਈਡਨ ਦੇ ਮੁਕਾਬਲੇ ਥੋੜੀ ਜਿਹੀ ਪਿੱਛੇ ਹੈ। ਹਾਲਾਂਕਿ ਕਮਲਾ ਹੈਰਿਸ ਆਪਣੇ ਆਪ ਨੂੰ ਪ੍ਰੂਵ ਕਰ ਰਹੇ ਨੇ ਔਰ ਪੂਰਾ ਜ਼ੋਰ ਲਗਾ ਰਹੇ ਨੇ ਬਲੈਕ ਵੋਟਰਸ ਨੂੰ, ਲੈਟੀਨੋਸ ਨੂੰ ਔਰ तमाम ਉਹ ਸਾਰੇ ਵੋਟਰਸ ਜੋ ਰੁੱਸੇ ਹੋਏ ਨੇ
ਜੇ ਆਪਾਂ ਸਿੱਧੀ ਪੱਧਰੀ ਪੰਜਾਬੀ 'ਚ ਗੱਲ ਕਰੀਏ, ਜਿਹੜੇ ਰੁੱਸੇ ਹੋਏ ਨੇ ਉਹ ਰੁੱਸਿਆਂ ਨੂੰ ਮਨਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਨੇ ਤਾਂ ਕਿ ਉਹ ਵੋਟਰਸ ਇਹਨਾਂ ਦੇ ਹੱਕ ਦੇ ਵਿੱਚ ਵੋਟ ਪਾਉਣ ਔਰ ਡੈਮੋਕ੍ਰੇਟਸ ਇੱਕ ਵਾਰ ਫਿਰ ਤੋਂ ਜਿੱਤ ਜਾਣ ਔਰ ਵਾਈਟ ਹਾਊਸ ਦੇ ਅੰਦਰ ਆਪਣਾ ਕਬਜ਼ਾ ਬਣਾਈ ਰੱਖਣ। ਜਿੱਥੇ ਜੋ ਬਾਈਡਨ ਵੀ ਵਿਖਾਈ ਦਿੰਦੇ ਨੇ ਕਿਤੇ ਨਾ ਕਿਤੇ ਕਮਲਾ ਹੈਰਿਸ ਨੂੰ ਸਪੋਰਟ ਕਰਨ ਦੇ ਵਿੱਚ, ਕਿਉਂਕਿ ਆਪਣੀਆਂ ਉਹ ਸਾਰੀਆਂ ਡਿਊਟੀਜ਼ ਵੀ ਤਾਂ ਨਿਭਾ ਰਹੇ ਨੇ ਵਾਈਟ ਹਾਊਸ ਦੀਆਂ, ਨਾਲ ਕਮਲਾ ਹੈਰਿਸ ਨੂੰ ਜਿੱਥੇ ਜਿੱਥੇ ਸਪੋਰਟ ਕਰਦੇ ਪਏ ਨੇ ਉੱਥੇ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ। ਔਰ ਬਰੈਕ ਓਬਾਮਾ ਵੀ ਉਤਰੇ ਹੋਏ ਨੇ ਔਰ ਇਸ ਵਕਤ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਉਹ ਵੀ ਉਤਰੇ ਹੋਏ ਨੇ। ਉਹ ਵੀ ਬਲੈਕ ਵੋਟਰਸ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਇਹ ਕਨਵਿੰਸ ਕਰ ਰਹੇ ਨੇ ਕਿ ਤੁਹਾਨੂੰ ਕਮਲਾ ਹੈਰਿਸ ਨੂੰ ਹੀ ਵੋਟ ਪਾਉਣੀ ਚਾਹੀਦੀ ਆ। ਸੋ ਇਹ ਇੱਕ ਖਾਕਾ ਬਣਿਆ ਹੈ। ਜਿਹੜੇ ਅਸੰਤੁਸ਼ਟ ਵੋਟਰਸ ਨੇ, ਜਿਹੜੀਆਂ ਸਵਿੰਗ ਸਟੇਟਸ ਨੇ, ਉੱਥੇ ਬਾਰ-ਬਾਰ ਜਾ ਕੇ ਸਟ੍ਰਾਈਕ ਕੀਤਾ ਜਾਵੇ, ਬਾਰ-ਬਾਰ ਵੋਟਰਸ ਨੂੰ ਆਪਣੇ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਜਾਵੇ। ਟਿਮ ਵਾਲਸ ਇਹਦੇ ਵਿੱਚ ਖਾਸ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਉਹਨਾਂ ਦਾ ਜੋ ਕਮਿਊਨੀਕੇਸ਼ਨ ਕਰਨ ਦਾ ਆਰਟ ਆ ਨਾ, ਉਹਨਾਂ ਦੀ ਜਿਹੜੀ ਕਲਾ ਹੈ ਗੱਲਬਾਤ ਕਰਨ ਦੀ, ਇਹ ਬੜੀ ਕਨਵਿੰਸਿੰਗ ਆ ਔਰ ਇਹਦੇ ਉੱਤੇ ਕਮਲਾ ਹੈਰਿਸ ਵੀ ਡਿਪੈਂਡ ਕਰਦੇ ਨੇ। ਦੇਖੋ ਹੁਣ ਉਹ ਕਿਹੜਾ ਜਾਦੂ ਦਿਖਾ ਸਕਦੇ ਨੇ ਇਹਨਾਂ 21-22 ਦਿਨਾਂ ਦੇ ਵਿੱਚ। ਮਤਲਬ ਕੁੱਲ ਮਿਲਾ ਕੇ 3 ਹਫ਼ਤੇ ਦੂਰ ਹੈ ਇਲੈਕਸ਼ਨਸ ਔਰ ਇਹ ਡਿਸਾਈਡ ਹੋਣਾ ਕਿ ਕੌਣ ਬਣੇਗਾ ਪ੍ਰੈਜ਼ੀਡੈਂਟ ਆਫ ਅਮਰੀਕਾ। ਸੋ ਇੱਕ ਖਾਸ ਚੀਜ਼, ਡਾਕਟਰ ਦੀ ਰਿਪੋਰਟ, ਕਮਲਾ ਹੈਰਿਸ ਦੀ ਫਿਟਨੈਸ ਬਾਰੇ ਜਿਹੜੀ ਰਿਪੋਰਟ ਹੈ ਡਾਕਟਰ ਦੀ, ਉਹ ਪਬਲਿਕ ਦੇ ਵਿੱਚ ਆ ਔਰ ਕਮਲਾ ਹੈਰਿਸ ਕਹਿੰਦੇ ਨੇ ਕਿ ਡੋਨਲਡ ਟਰੰਪ ਦੀ ਵੀ ਰਿਪੋਰਟ ਹੋਣੀ ਚਾਹੀਦੀ ਆ। ਹਾਲਾਂਕਿ ਉਹ ਇਹ ਵੀ ਇਲਜ਼ਾਮ ਲਗਾਉਂਦੇ ਨੇ ਕਿ ਡੋਨਲਡ ਟਰੰਪ ਦੀ ਟੀਮ ਕਿਤੇ ਨਾ ਕਿਤੇ ਉਹਨਾਂ ਨੂੰ ਬਚਾ ਕੇ ਨਿਕਲ ਜਾਣਾ ਚਾਹੁੰਦੀ ਹੈ। ਹਾਲਾਂਕਿ ਡੋਨਲਡ ਟਰੰਪ ਦੀ ਇਹ ਟੀਮ ਕਹਿੰਦੀ ਹੈ ਕਿ ਡਾਕਟਰਸ ਦੀ ਰਾਏ ਦੇ ਮੁਤਾਬਿਕ ਡੋਨਲਡ ਟਰੰਪ ਇਜ਼ ਪਰਫੈਕਟਲੀ ਫਿਟ। ਹਾਲਾਂਕਿ ਉਹਨਾਂ ਦੀ ਲਾਈਫ ਦੇ ਉੱਤੇ 2 ਵਾਰ ਅਟੈਂਪਟ ਹੋਇਆ, ਪਰ ਉਹ ਦਿਮਾਗੀ ਤੌਰ ਤੇ ਮਜ਼ਬੂਤ ਨੇ, ਮਜ਼ਾਕੀਆ ਨੇ ਔਰ ਇਸ ਗੱਲ ਨੂੰ ਬਿਲਕੁਲ ਲਾਈਟਲੀ ਲੈਂਦੇ ਨੇ ਔਰ ਆਪਣੀਆਂ ਰੈਲੀਜ਼ ਕਰ ਰਹੇ ਨੇ ਕੈਂਪੇਨਸ ਦੇ ਵਿੱਚ। ਉਸੇ ਹੀ ਥਾਂ ਤੇ ਗਏ ਨੇ ਜਿੱਥੇ ਉਹਨਾਂ ਦੇ ਉੱਤੇ ਅਟੈਕ ਹੋਇਆ, ਪੈਨਸਿਲਵੇਨੀਆ, ਐਲਨ ਮਸਕ ਦੇ ਨਾਲ। ਸੋ ਹੀ ਇਜ਼ ਪਰਫੈਕਟਲੀ ਫਿਟ ਕਿ ਉਹ ਜੁਆਇਨ ਕਰ ਸਕਦੇ ਨੇ ਆਪਣੀਆਂ ਡਿਊਟੀਜ਼ ਵਾਈਟ ਹਾਊਸ ਦੇ ਵਿੱਚ ਅਗਰ ਉਹ ਜਿੱਤ ਜਾਂਦੇ ਨੇ। ਔਰ ਏਜ ਦੀ ਜੇ ਗੱਲ ਕੀਤੀ ਜਾਵੇ, ਜੋ ਬਾਈਡਨ ਦੀ ਏਜ ਦੀ ਗੱਲ ਕਰਦੇ ਹੋ ਤਾਂ ਕਹਿੰਦੇ ਨੇ ਕਿ ਡੋਨਲਡ ਟਰੰਪ ਦੀ ਏਜ ਵੀ ਤਾਂ ਕੋਈ ਖਾਸ ਘੱਟ ਨਹੀਂ ਹੈ, 2-3 ਸਾਲ ਦਾ ਹੀ ਫਰਕ ਹੈ। ਇਹ ਕਮਲਾ ਹੈਰਿਸ ਦੀ ਦਲੀਲ ਹੈ। ਹਾਲਾਂਕਿ ਕਮਲਾ ਹੈਰਿਸ ਕਿਤੇ ਨਾ ਕਿਤੇ ਯੰਗ ਵੋਟਰਸ ਨੂੰ ਅਪੀਲ ਕਰਦੇ ਨੇ ਬਿਕੋਜ਼ ਉਹਨਾਂ ਦੀ ਏਜ ਕਾਫੀ ਘੱਟ ਆ। ਪਰ ਇੱਥੇ ਜਦੋਂ ਆਪਾਂ ਅਨਡਿਸਾਈਡਡ ਵੋਟਰਸ ਦੀ ਗੱਲ ਕਰਦੇ ਹਾਂ, ਉੱਥੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਯੰਗ ਜਨਰੇਸ਼ਨ ਨੂੰ ਲੈ ਕੇ ਡੋਨਲਡ ਟਰੰਪ ਕਾਫੀ ਕੂਲ ਨੇ। ਇਕੋਨਮੀ ਨੂੰ ਲੈ ਕੇ ਵੀ ਇੰਡੀਪੈਂਡੈਂਟ ਵੋਟਰਸ ਜਿਹੜੇ ਨੇ ਉਹ ਡੋਨਲਡ ਟਰੰਪ ਨੂੰ ਤਰਜੀਹ ਦਿੰਦੇ ਨਜ਼ਰ ਆਉਂਦੇ ਨੇ, ਪਰ ਕਮਲਾ ਹੈਰਿਸ ਦੀਆਂ ਸਪੀਚਿਸ ਓਪਰਚੁਨਿਟੀ ਇਕੋਨਮੀ ਦੀਆਂ ਉਹਨਾਂ ਦੇ ਮਨਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਮਤਲਬ ਕੁੱਲ ਮਿਲਾ ਕੇ ਹਜੇ ਕਿਓਸ ਆ, ਹਜੇ ਕਨਫਿਊਜ਼ਨਸ ਨੇ। ਦੇਖੋ ਇਹ ਕਦੋਂ ਤੱਕ ਇਹ ਬੱਦਲ ਛੱਟਦੇ ਨੇ ਤੇ ਧੁੱਪ ਨਿਕਲਦੀ ਹੈ ਤਾਂ ਸਾਨੂੰ ਪਤਾ ਲੱਗਦਾ ਹੈ ਧੁੱਪ ਦੇ ਚਾਨਣ ਦੇ ਵਿੱਚ ਕਿ ਵੋਟਰਸ ਕਿੱਧਰ ਜਾ ਰਹੇ ਨੇ। ਨਾਓ ਬੈਕ ਟੂ ਦ ਪੁਆਇੰਟ, ਜੋ ਡਾਕਟਰਸ ਦੀ ਰਿਪੋਰਟ ਹੈ ਉਸ ਨੂੰ ਪਬਲਿਕ ਕੀਤਾ ਹੋਇਆ ਹੈ ਕਮਲਾ ਹੈਰਿਸ ਨੇ ਔਰ ਕਿਤੇ ਨਾ ਕਿਤੇ ਇਹ ਗੱਲ ਕੀਤੀ ਜਾਂਦੀ ਹੈ ਕਿ ਡੋਨਲਡ ਟਰੰਪ ਨੂੰ ਵੀ ਆਪਣੀ ਜੋ ਮੈਡੀਕਲ ਰਿਪੋਰਟ ਹੈ ਉਹ ਲੋਕਾਂ ਦੇ ਵਿੱਚ ਲਿਆਉਣੀ ਚਾਹੀਦੀ ਆ ਔਰ ਪੂਰੀ ਤਰ੍ਹਾਂ ਫਿੱਟ ਹੋਏ ਉਹ ਬੰਦਾ ਦਿਮਾਗੀ ਤੌਰ ਤੇ, ਸਰੀਰਕ ਤੌਰ ਤੇ ਜੋ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨਾ ਚਾਹੁੰਦਾ ਹੈ। ਔਰ ਨਾਲ ਉਹਨਾਂ ਨੇ ਚੈਲੰਜ ਵੀ ਕੀਤਾ ਹੈ ਡੋਨਲਡ ਟਰੰਪ ਨੂੰ ਇੱਕ ਸੈਕਿੰਡ ਡਿਬੇਟ ਵਾਸਤੇ, ਜਿਸ ਨੂੰ ਐਕਸੈਪਟ ਤਾਂ ਨਹੀਂ ਕਰ ਰਹੇ ਡੋਨਲਡ ਟਰੰਪ। ਖੈਰ ਦੇਖੋ ਅੱਗੇ ਜਾ ਕੇ, ਪਰ ਹੁਣ ਟਾਈਮ ਵੀ ਕਿੱਥੇ ਰਹਿ ਗਿਆ, 3 ਹਫ਼ਤਿਆਂ ਦੇ ਵਿੱਚ ਕਿਹੜੀ ਡਿਬੇਟ, ਬਟ ਨੋਬਡੀ ਨੋਜ਼, ਹੋ ਸਕਦਾ ਹੋ ਜਾਵੇ ਕਿਉਂਕਿ ਪਬਲਿਕ ਵੀ ਇਹ ਚਾਹੁੰਦੀ ਹੈ ਕਿ ਪਹਿਲੀ ਡਿਬੇਟ ਵਿੱਚ ਨਾ ਮਤਲਬ ਉਹ ਗੱਲਾਂ ਕਲੀਅਰ ਨਹੀਂ ਹੋਈਆਂ, ਹੁਣ ਗੱਲਾਂ ਜ਼ਿਆਦਾ ਕਲੀਅਰ ਹੋਣ। ਮਤਲਬ ਮੁੱਕਦੀ ਗੱਲ ਇਹ ਹੈ ਬਈ ਸਵਾਦ ਨਹੀਂ ਆਇਆ, ਸਵਾਦ ਵੱਧ ਚਾਹੀਦਾ, ਇੱਕ ਹੋਰ ਡਿਬੇਟ ਹੋ ਜਾਏ, ਕਿਉਂਕਿ ਪਬਲਿਕ ਵਾਸਤੇ ਤਾਂ ਇਹ ਹੈ ਨਾ ਕਿ ਜਿਵੇਂ ਇੱਕ ਬਾਕਸਿੰਗ ਦਾ ਮੈਚ ਆ, ਦੇਖੋ ਕੌਣ ਜਿੱਤਦਾ। ਸੋ ਪਬਲਿਕ ਦੀ ਆਪਣੀ ਰਾਏ ਆ, ਪਰ ਜਿਹੜੇ ਪੋਲੀਟੀਕਲ ਲੀਡਰਸ ਨੇ, ਕੈਂਪੇਨਸ ਚਲਾ ਰਹੇ ਨੇ, ਇਹਨਾਂ ਨੇ ਆਪਣੇ ਵੈਲ ਵਿਸ਼ਰਸ ਨੂੰ, ਆਪਣੇ ਥਿੰਕ ਟੈਂਕਸ ਨੂੰ ਮਿਲ ਕੇ ਹੀ ਸਾਰਾ ਫੈਸਲਾ ਲੈਣਾ ਹੁੰਦਾ ਕਿ ਕਿਤੇ ਕੋਈ ਗੇਮ ਪੁੱਠੀ ਨਾ ਪੈ ਜਾਵੇ, ਕੋਈ ਬਾਜ਼ੀ ਪੁੱਠੀ ਨਾ ਪੈ ਜਾਵੇ। ਇਸ ਕਰਕੇ ਜੇ ਡੋਨਲਡ ਟਰੰਪ ਦੀ ਟੀਮ ਕਹੇਗੀ ਕਿ ਨੋ ਸੈਕਿੰਡ ਡਿਬੇਟ, ਤਾਂ ਸੈਕਿੰਡ ਡਿਬੇਟ ਨਹੀਂ ਹੋਵੇਗਾ। ਕਮਲਾ ਹੈਰਿਸ ਦੀ ਟੀਮ ਕਹਿ ਰਹੀ ਹੈ ਸੈਕਿੰਡ ਡਿਬੇਟ ਚਾਹੀਦਾ। ਸੋ ਇਸ ਵਾਸਤੇ ਇਹ ਮਾਮਲਾ ਹਜੇ ਖਟਾਈ ਵਿੱਚ ਆ, ਬਟ ਮੈਡੀਕਲ ਰਿਪੋਰਟ ਪਬਲਿਕ ਨੂੰ ਕਨਵਿੰਸ ਕਰਨ ਦੇ ਵਿੱਚ ਇੱਕ ਸੋਲਿਡ ਪੁਆਇੰਟ ਪ੍ਰੂਵ ਹੋ ਸਕਦਾ ਜੋ ਵੋਟਰਸ ਨੂੰ ਕਨਵਿੰਸ ਕੀਤਾ ਜਾ ਸਕਦਾ। ਸੋ ਇੱਕ ਡਾਕਟਰ ਦੀ ਰਿਪੋਰਟ ਦੇ ਉੱਤੇ ਵੀ ਗੱਲ ਚੱਲ ਰਹੀ ਹੈ ਔਰ ਕਮਲਾ ਹੈਰਿਸ ਤੇ ਇਹ ਗੱਲ ਕਹਿੰਦੇ ਨੇ ਕਿ ਟਰੰਪ ਇਜ਼ ਵੀਕ ਐਂਡ ਅਨਸਟੇਬਲ। ਯੈਸ, ਟਰੰਪ ਇਜ਼ ਵੀਕ ਐਂਡ ਅਨਸਟੇਬਲ। ਦੇਖੋ ਕੁਝ ਦਿਨ ਪਹਿਲਾਂ
ਡੋਨਲਡ ਟਰੰਪ ਨੇ ਕਿਹਾ ਸੀ ਕਮਲਾ ਹੈਰਿਸ ਬਾਰੇ ਕਿ ਉਹ ਦਿਮਾਗੀ ਤੌਰ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਤੰਜ਼ ਕੀਤਾ ਕਿ ਦਿਮਾਗੀ ਤੌਰ ਤੇ ਸੋਲਿਡ ਨਹੀਂ ਹੈਗੇ। ਮਤਲਬ ਹੁਣ ਜੇ ਉਹ ਭਾਸ਼ਾ ਇਸਤੇਮਾਲ ਕਰੋ ਜੋ ਉਹਨਾਂ ਨੇ ਇਸਤੇਮਾਲ ਕੀਤੀ ਡੋਨਲਡ ਟਰੰਪ ਨੇ, ਉਹ ਸਹੀ ਨਹੀਂ ਲੱਗਦਾ। ਆਪਾਂ ਸੁਜੈਸ਼ਨਸ ਦੇ ਨਾਲ ਇੱਕ ਸੁਜੈਸਟਿਵ ਵੇ ਦੇ ਨਾਲ ਗੱਲ ਕਰਦੇ ਹਾਂ। ਸੋਚ ਸਮਝ ਦੇ ਉੱਤੇ ਕਮਲਾ ਹੈਰਿਸ ਦੀ ਕੁਐਸਚਨ ਮਾਰਕ ਲਗਾਇਆ ਡੋਨਲਡ ਟਰੰਪ ਨੇ, ਉਹਨਾਂ ਦੀ ਇੰਟੈਲੀਜੈਂਸ ਦੇ ਉੱਤੇ, ਉਹਨਾਂ ਦੀ ਕਾਬਲੀਅਤ ਉੱਤੇ। ਹੁਣ ਇੱਥੇ ਮੌਕਾ ਮਿਲ ਰਿਹਾ ਕਮਲਾ ਹੈਰਿਸ ਨੂੰ, ਤਾਂ ਉਹ ਵੀ ਡੋਨਲਡ ਟਰੰਪ ਦੇ ਉੱਤੇ ਕੁਐਸਚਨ ਮਾਰਕ ਲਗਾ ਰਹੇ ਨੇ, ਸਾਈਨ ਆਫ ਇੰਟਰੋਗੇਸ਼ਨ। ਸੋ ਹੁਣ ਇਸ ਦਾ ਜਵਾਬ ਕੀ ਹੈ ਉਹ ਪਬਲਿਕ ਨੇ ਦੇਖਣਾ ਹੈ, ਅਮਰੀਕਨਸ ਨੇ ਦੇਖਣਾ ਜਿਨ੍ਹਾਂ ਨੇ ਵੋਟ ਪਾਉਣੀ ਹੈ। ਸੋ ਇਹ ਸਾਰਾ ਮਾਮਲਾ ਇਸ ਵਕਤ ਪ੍ਰੈਸ਼ਰ ਦੇ ਵਿੱਚ ਆ ਔਰ ਇੱਕ ਪ੍ਰੋਸੈਸ ਦੇ ਉੱਤੇ ਵੀ ਚੱਲਦੇ ਪਏ ਨੇ ਕੋਰਟ ਕੇਸ। ਦੇਖੋ ਇਹ ਬੈਟਲਫੀਲਡ ਆ ਜਿੱਥੇ ਪੋਲੀਟੀਕਲ ਲੜਾਈ ਚੱਲਦੀ ਪਈ ਆ। ਦੂਜਾ ਬੈਟਲਫੀਲਡ ਆ ਕੋਰਟ ਰੂਮ, ਜਿੱਥੇ ਇਸ ਚੀਜ਼ ਨੂੰ ਡਿਸਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਹੜੀਆਂ ਵੋਟਸ ਪੈਣ ਉਹ ਕਾਸਟ ਕਿੱਦਾਂ ਹੋਣ ਤੇ ਕਾਊਂਟ ਕਿੱਦਾਂ ਹੋਣ, ਵੋਟਾਂ ਕਿੱਦਾਂ ਪਾਈਆਂ ਜਾਣ ਤੇ ਗਿਣੀਆਂ ਕਿੱਦਾਂ ਜਾਣ। ਕਿਉਂਕਿ ਇਹ ਪ੍ਰੋਸੈਸ ਬਿਲਕੁਲ ਫੇਅਰ ਹੋਣਾ ਚਾਹੀਦਾ, ਬਿਲਕੁਲ ਫ੍ਰੀ ਹੋਣਾ ਚਾਹੀਦਾ ਔਰ ਇਹਦੇ ਵਿੱਚ ਕੋਈ ਗਲਤੀ ਨਾ ਹੋਵੇ। ਕਿਉਂਕਿ ਜੋ ਬਾਈਡਨ ਇਸ ਗੱਲ ਦੇ ਉੱਤੇ ਆਪਣੀ ਰਾਏ ਦੇ ਚੁੱਕੇ ਨੇ ਕਿ ਅਸੀਂ ਆਪਣੀ ਵੱਲੋਂ ਪੂਰੀ ਤਰ੍ਹਾਂ ਨਾਲ ਸੋਲਿਡ ਸਿਸਟਮ ਦੇ ਮੁਤਾਬਿਕ ਹੀ ਇਲੈਕਸ਼ਨਸ ਕਰਵਾ ਰਹੇ ਹਾਂ, ਫੇਅਰ ਐਂਡ ਫ੍ਰੀ ਇਲੈਕਸ਼ਨਸ, ਔਰ ਕਈ ਥਾਵਾਂ ਤੇ ਹੋ ਵੀ ਚੁੱਕੀਆਂ ਨੇ। ਬਟ ਡੋਨਲਡ ਟਰੰਪ ਇਲਜ਼ਾਮ ਲਗਾਉਂਦੇ ਨੇ ਕਿ ਜੇ ਮੈਂ ਹਾਰਿਆ ਤਾਂ ਉਹਦੇ ਵਿੱਚ ਕਾਰਨ ਇਹ ਹੋਏਗਾ ਕਿ ਇਹ ਜਿਹੜਾ ਸਿਸਟਮ ਹੈ ਨਾ, ਪ੍ਰੋਸੀਜਰ ਹੈ ਇਲੈਕਸ਼ਨਸ ਦਾ, ਇਹ ਸਹੀ ਨਹੀਂ ਹੈ, ਇਹ ਫੇਅਰ ਐਂਡ ਫ੍ਰੀ ਨਹੀਂ ਹੈ। ਮਤਲਬ ਉਹ ਇਲਜ਼ਾਮ ਲਾਉਂਦੇ ਨੇ। ਇਸ ਕਰਕੇ ਜੋ ਬਾਈਡਨ ਵੀ ਕਹਿੰਦੇ ਨੇ ਕਿ ਜੇ ਇਹ ਹਾਰ ਗਏ ਤਾਂ ਉਸ ਤੋਂ ਬਾਅਦ ਫਿਰ ਉਹ 2020 ਵਾਲਾ ਨਾ ਸਿਲਸਿਲਾ ਬਣ ਜਾਏ ਜੋ 6 ਜਨਵਰੀ ਨੂੰ ਹੋਇਆ ਸੀ। ਉਹ ਕੇਸ ਪੈਂਡਿੰਗ ਆ। 26 ਨਵੰਬਰ ਨੂੰ ਇਸ ਕੇਸ ਦੇ ਫੈਸਲੇ ਨੂੰ ਫੇਸ ਕਰਨਾ ਹੈ ਡੋਨਲਡ ਟਰੰਪ ਨੇ ਕੋਰਟ ਦੇ ਵਿੱਚ, ਔਰ ਨਵੰਬਰ 5 ਨੂੰ ਇਲੈਕਸ਼ਨਸ ਦਾ ਨਤੀਜਾ ਘੋਸ਼ਿਤ ਹੋਣਾ। ਔਰ ਇੱਥੇ ਕਿਤੇ ਨਾ ਕਿਤੇ ਇਹ ਵੀ ਗੱਲ ਆਉਂਦੀ ਹੈ ਕਿ ਕਿਤੇ 2020 ਵਾਕਣ ਅਮਰੀਕਨਸ ਨੂੰ ਵੇਟ ਨਾ ਕਰਨੀ ਪਵੇ, ਕੁਝ ਇੱਦਾਂ ਦਾ ਨਾ ਹੋ ਜਾਏ, ਇਲੈਕਸ਼ਨਸ ਦੇ ਰਿਜ਼ਲਟ ਦੀ ਵੇਟ ਨਾ ਕਰਨੀ ਪਵੇ। ਬਟ ਅਦਰਵਾਈਜ਼ ਨਾਲ ਦੇ ਨਾਲ ਰਿਜ਼ਲਟ ਪਤਾ ਲੱਗ ਜਾਊਗਾ। ਔਰ ਨਾਲ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜੇ ਇਸ ਇਲੈਕਸ਼ਨਸ ਦੇ ਰਿਜ਼ਲਟ ਦਾ ਜਨਵਰੀ 6 ਦੀ ਘਟਨਾ ਨਾਲ ਜੁੜਿਆ ਹੋਇਆ ਜਿਹੜਾ ਕੇਸ ਹੈ ਡੋਨਲਡ ਟਰੰਪ ਦੇ ਖਿਲਾਫ 2020 ਦਾ, ਇਹਨਾਂ ਇਲੈਕਸ਼ਨਸ ਦੇ ਰਿਜ਼ਲਟ ਦਾ ਉਸ ਕੇਸ ਦੀ ਸੁਣਵਾਈ ਦੇ ਉੱਤੇ ਜੋ 26 ਨਵੰਬਰ ਨੂੰ ਹੋਣੀ ਹੈ ਔਰ ਜਿਸ ਦੇ ਸੈਂਟੈਂਸ ਨੂੰ ਫੇਸ ਕਰਨਾ ਡੋਨਲਡ ਟਰੰਪ ਨੇ, ਉਸ ਕੇਸ ਦੇ ਫੈਸਲੇ ਦੇ ਉੱਤੇ ਕੀ ਅਸਰ ਪਏਗਾ। ਜੇ ਹਾਰ ਜਾਂਦੇ ਨੇ ਡੋਨਲਡ ਟਰੰਪ ਤਾਂ ਕੀ ਅਸਰ ਪਏਗਾ, ਜੇ ਜਿੱਤ ਜਾਂਦੇ ਨੇ ਡੋਨਲਡ ਟਰੰਪ ਤਾਂ ਕੀ ਅਸਰ ਪਏਗਾ। ਜੇ ਹਾਰ ਜਾਂਦੇ ਨੇ ਡੋਨਲਡ ਟਰੰਪ ਤਾਂ ਬਾਕੀ ਦੇ ਸਾਰੇ ਕੇਸਿਸ ਜੋ ਡੋਨਲਡ ਟਰੰਪ ਦੇ ਖਿਲਾਫ ਨੇ ਉਹਨਾਂ ਦੇ ਉੱਤੇ ਕੀ ਅਸਰ ਪਏਗਾ, ਤੇ ਜਿਹੜੇ ਜਿੱਤ ਜਾਂਦੇ ਨੇ ਜੇ ਡੋਨਲਡ ਟਰੰਪ ਤਾਂ ਉਹ ਸਾਰੇ ਕੇਸਿਸ ਦੇ ਰਿਜ਼ਲਟ ਦੇ ਉੱਤੇ ਕੀ ਅਸਰ ਪਏਗਾ ਡੋਨਲਡ ਟਰੰਪ ਦੀ ਜਿੱਤ ਦਾ। ਤੇ ਨਾਲ ਜਿਹੜੀ ਡੋਨਲਡ ਟਰੰਪ ਦੀ ਇੱਕ ਪਰਸਨਲ ਲਿਸਟ ਹੈ ਜਿਨ੍ਹਾਂ ਦੇ ਉੱਤੇ ਇਨਵੈਸਟੀਗੇਸ਼ਨਸ ਹੋਣੀਆਂ ਨੇ, ਜੇ ਉਹ ਬਣ ਜਾਂਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਤਾਂ ਫਿਰ ਉਹ ਕੀ ਅਸਰ ਪਏਗਾ। ਤੇ ਜੇ ਉਹ ਪ੍ਰੈਜ਼ੀਡੈਂਟ ਆਫ ਅਮਰੀਕਾ ਨਹੀਂ ਬਣਦੇ, ਨਹੀਂ ਜਿੱਤਦੇ, ਤਾਂ ਫਿਰ ਉਸ ਲਿਸਟ ਦੀ ਇਨਕੁਆਇਰੀ ਦਾ, ਇਨਵੈਸਟੀਗੇਸ਼ਨ ਦਾ ਕੀ ਹੋਏਗਾ। ਔਰ ਜਿਹੜਾ ਸੁਜੈਸ਼ਨ ਦਿੱਤਾ ਹੋਇਆ ਹੈ ਐਲਨ ਮਸਕ ਨੇ ਕਿ ਫੈਡਰਲ ਰਿਜ਼ਰਵ ਦੀ ਆਡਿਟ ਵਾਸਤੇ ਇੱਕ ਕਮਿਸ਼ਨ ਬਣੇ ਜਿਹਨੂੰ ਹੈਡ ਕਰਨਗੇ ਐਲਨ ਮਸਕ ਖੁਦ, ਉਹ ਤਾਂ ਹੀ ਹੋ ਸਕਦਾ ਹੈ ਜੇ ਡੋਨਲਡ ਟਰੰਪ ਬਣਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ, ਤੇ ਜੇ ਨਹੀਂ ਬਣਦੇ ਤਾਂ ਫਿਰ ਉਸ ਕਮਿਸ਼ਨ ਦਾ ਕੀ ਫਿਊਚਰ ਹੈ ਔਰ ਫੈਡਰਲ ਰਿਜ਼ਰਵ ਦੀ ਆਡਿਟ ਦਾ ਕੀ ਫਿਊਚਰ ਹੈ। ਕਿਉਂਕਿ ਡੋਨਲਡ ਟਰੰਪ ਕਹਿੰਦੇ ਨੇ ਇਹ ਆਡਿਟ ਕਰਕੇ ਅਸੀਂ ਕਈ ਫਿਜ਼ੂਲ ਦੇ ਖਰਚੇ ਬਚਾ ਸਕਦੇ ਹਾਂ ਤੇ ਟ੍ਰਿਲੀਅਨਸ ਦੇ ਵਿੱਚ ਅਸੀਂ ਪੈਸਾ ਬਚਾ ਸਕਦੇ ਹਾਂ, ਸਰਕਾਰੀ ਪੈਸਾ ਫਿਜ਼ੂਲ ਹੋਣ। ਤਾਂ ਫਿਰ ਉਹ ਪੈਸਾ ਫਿਜ਼ੂਲ ਹੋਣ ਦਿੱਤਾ ਜਾਏਗਾ ਜੇ ਡੋਨਲਡ ਟਰੰਪ ਨਹੀਂ ਬਣਦੇ, ਤਾਂ ਕਮਿਸ਼ਨ ਨਹੀਂ ਬਣਦਾ, ਤੇ ਐਲਨ ਮਸਕ ਉਹਦੇ ਹੈਡ ਨਹੀਂ ਬਣਦੇ, ਤਾਂ ਫੈਡਰਲ ਰਿਜ਼ਰਵ ਦੀ ਆਡਿਟ ਨਹੀਂ ਹੁੰਦੀ। ਸੋ ਇਹ तमाम ਗੱਲਾਂ ਜਿਉਂ-ਜਿਉਂ ਤੁਸੀਂ ਡੀਪ ਜਾਓਗੇ, ਜਿਉਂ-ਜਿਉਂ ਤੁਸੀਂ ਗਹਿਰੇ ਉਤਰੋਗੇ, ਤੁਸੀਂ ਸੋਚੋਗੇ। ਉਸੇ ਤਰ੍ਹਾਂ ਹੀ ਇਕਨੋਮੀ ਨੂੰ ਰਿਵਾਈਵ ਕਰਨ ਦੀ ਗੱਲ। ਹੁਣ ਬੈਟਰ ਪਾਲਿਸੀ ਕਿਹਦੀ ਹੈ, ਕਮਲਾ ਹੈਰਿਸ ਦੀ ਜਾਂ ਡੋਨਲਡ ਟਰੰਪ ਦੀ? ਇਹ ਤਾਂ ਇਕਨੋਮਿਸਟ ਜਾਣਦੇ ਨੇ। ਜੇ ਮੰਨ ਲਓ ਡੋਨਲਡ ਟਰੰਪ ਦੀ ਬੈਟਰ ਹੈ ਪਾਲਿਸੀ ਔਰ ਜਿੱਤ ਜਾਂਦੇ ਨੇ ਕਮਲਾ ਹੈਰਿਸ, ਉਹ ਆਪਣੀ ਪਾਲਿਸੀ ਅਪਲਾਈ ਕਰਦੇ ਨੇ, ਤਾਂ ਫਿਰ ਜਿਹੜੇ ਬੈਸਟ ਪੁਆਇੰਟਸ ਨੇ ਡੋਨਲਡ ਟਰੰਪ ਦੀ ਪਾਲਿਸੀ ਦੇ, ਉਹਨਾਂ ਪੁਆਇੰਟਸ ਨੂੰ ਕਮਲਾ ਹੈਰਿਸ ਇਸਤੇਮਾਲ ਕਰਨਗੇ ਜਾਂ ਡੋਨਲਡ ਟਰੰਪ ਇਜਾਜ਼ਤ ਦੇਣਗੇ ਇਸਤੇਮਾਲ ਕਰਨ ਦੀ ਫॉर द ਫਿਊਚਰ ਆਫ ਅਮਰੀਕਾ।
ਲਾਈਕਵਾਈਜ਼ ਜੇ ਡੋਨਲਡ ਟਰੰਪ ਜਿੱਤਦੇ ਨੇ ਤਾਂ ਜੋ ਕਮਲਾ ਹੈਰਿਸ ਦੀਆਂ ਪਾਲਿਸੀ ਦੀਆਂ ਖੂਬੀਆਂ ਨੇ ਉਹ ਡੋਨਲਡ ਟਰੰਪ ਅਪਣਾਉਣਗੇ, ਆਪਣੀ ਪਾਲਿਸੀ ਦੇ ਵਿੱਚ ਇਸਤੇਮਾਲ ਕਰਨਗੇ ਔਰ ਕਮਲਾ ਹੈਰਿਸ ਉਸ ਦੀ ਇਜਾਜ਼ਤ ਦੇਣਗੇ ਫॉर द ਬੈਟਰ ਫਿਊਚਰ ਆਫ ਅਮਰੀਕਾ। ਇਹ ਕਈ ਗੱਲਾਂ ਨੇ ਜਿਸ ਦੇ ਬਾਰੇ ਸੋਚਣਾ ਬਣਦਾ ਹੈ ਔਰ ਅਮਰੀਕਨਸ ਨੂੰ ਇਹ ਸੋਚਣਾ ਪੈਣਾ ਹੈ ਕਿ ਕਿਹਦੇ ਹੱਥ ਦੇ ਵਿੱਚ ਸਾਰੀ ਗੇਮ ਦੇ ਦਈਏ, ਕਿਹਨੂੰ ਆਪਣਾ ਲੀਡਰ ਚੁਣ ਲਈਏ, ਕਿਹਨੂੰ ਵਾਈਟ ਹਾਊਸ ਦੇ ਵਿੱਚ ਪਹੁੰਚਾ ਦਈਏ ਜਿਹੜਾ ਸਾਡਾ ਫਾਇਦਾ ਕਰ ਸਕੇ, ਉਹਨੂੰ ਹੀ ਪਹੁੰਚਾਉਣਾ ਚਾਹੀਦਾ। ਸੋ ਇਹ ਬਹੁਤ ਵੱਡੇ ਵੱਡੇ ਡਿਸੀਜ਼ਨਸ ਨੇ ਜੋ ਲੈਣੇ ਪੈਣੇ ਨੇ ਔਰ ਇਸ ਵਕਤ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੱਕ ਵੱਡਾ ਡਿਸੀਜ਼ਨ ਲਿੱਤਾ ਹੈ ਕਿ $612 ਮਿਲੀਅਨ ਦੀ ਹੈਲਪ ਦਿੱਤੀ ਆ ਜਿੱਥੇ ਜਿੱਥੇ ਇਹ ਕੁਦਰਤੀ ਆਪਦਾ ਕਰਕੇ ਨੁਕਸਾਨ ਹੋਇਆ ਹੈ, ਖਾਸ ਕਰਕੇ ਫਲੋਰੀਡਾ ਦੀ ਗੱਲ ਹੋ ਰਹੀ ਆ ਕਿਉਂਕਿ ਹੁਰੀਕੇਨ ਨੇ 6 ਸਟੇਟਸ ਨੂੰ ਤਬਾਹ ਕੀਤਾ ਹੈ ਔਰ ਜੋ ਬਾਈਡਨ ਉਹਨਾਂ ਕਮਿਊਨਿਟੀਜ਼ ਨੂੰ, ਉਹਨਾਂ ਇਲਾਕਿਆਂ ਨੂੰ ਵਿਜ਼ਿਟ ਵੀ ਕਰ ਰਹੇ ਨੇ ਆਪਣੇ ਸਕੈਜੂਅਲ ਦੇ ਮੁਤਾਬਿਕ। ਔਰ ਇੱਕ ਚੀਜ਼ ਦੇਖਣ ਵਾਲੀ ਆ ਕਿ ਬੜੀ ਮਿਸਇਨਫੋਰਮੇਸ਼ਨ ਹੈ ਇਸ ਸਾਰੀ ਘਟਨਾ ਨੂੰ ਲੈ ਕੇ। ਕਈ ਥਾਂ ਤੇ ਕਿਹਾ ਜਾ ਰਿਹਾ ਕਿ ਜਿਹੜੇ ਫੰਡਸ ਪਹੁੰਚ ਰਹੇ ਨੇ ਉਹਨਾਂ ਦਾ ਗਲਤ ਇਸਤੇਮਾਲ ਹੋ ਰਿਹਾ, ਜੋ ਲੋਕੀ ਵੀ ਸਪੋਰਟ ਕਰ ਰਹੇ ਨੇ ਉਹਨਾਂ ਫੰਡਸ ਦਾ ਇਸਤੇਮਾਲ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆਪਣੀਆਂ ਇਲੈਕਸ਼ਨਸ ਦੇ ਵਿੱਚ ਕਰ ਰਹੀ ਹੈ, ਲੋਕਾਂ ਦੇ ਉੱਤੇ ਨਹੀਂ ਕਰ ਰਹੀ, ਉਹਨਾਂ ਨੁਕਸਾਨ ਹੋਏ ਇਲਾਕਿਆਂ ਦੇ ਉੱਤੇ ਨਹੀਂ ਕਰ ਰਹੀ। ਇੱਦਾਂ ਦੀਆਂ ਵੀ ਤਮਾਮ ਗੱਲਾਂ ਸੋਸ਼ਲ ਮੀਡੀਆ ਹੈ, ਤੁਸੀਂ ਕੁਝ ਵੀ ਕਰ ਸਕਦੇ ਹੋ, ਕੁਝ ਵੀ ਲਿਖ ਸਕਦੇ ਹੋ ਕਿਉਂਕਿ ਕੋਈ ਸਬੂਤ ਨਹੀਂ ਚਾਹੀਦਾ, ਕੋਈ ਗਵਾਹ ਨਹੀਂ ਚਾਹੀਦਾ, ਜੋ ਮਨ ਵਿੱਚ ਆਇਆ ਲਿਖ ਦਿਓ, ਜਿਹਨੂੰ ਕਹੋ ਕਿ ਮੇਰਾ ਆਪਣਾ ਰਾਜ ਹੈ, ਮੇਰੀ ਮਰਜ਼ੀ। ਇੱਦਾਂ ਦੀਆਂ ਗੱਲਾਂ, ਮਿਸਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ ਔਰ ਕਿਤੇ ਨਾ ਕਿਤੇ ਇਹ ਵੀ ਹੈ ਕਿ ਇਹ ਕੁਦਰਤੀ ਨਹੀਂ ਆਇਆ, ਇਹ ਤੂਫਾਨ ਕੁਦਰਤੀ ਨਹੀਂ ਆਇਆ, ਇਹ ਜੀ ਮੌਸਮ ਨੂੰ ਕੰਟਰੋਲ ਕਰਨ ਦੀਆਂ ਮਸ਼ੀਨਾਂ ਹੈਗੀਆਂ ਨੇ। ਇਹ ਵੱਡੇ ਵੱਡੇ ਬਿਜ਼ਨਸਮੈਨ, ਵੱਡੇ ਵੱਡੀਆਂ ਲੌਬੀਜ਼ ਜਿਹੜੀਆਂ ਪਿੱਛੇ ਬਹਿ ਕੇ ਅਮਰੀਕਾ ਨੂੰ ਚਲਾਉਂਦੀਆਂ ਨੇ, ਪੋਲਿਟਿਕਸ ਚਲਾਉਂਦੀਆਂ ਨੇ, ਉਹ ਵੈਦਰ ਕੰਟਰੋਲ ਕਰ ਸਕਦੀਆਂ ਔਰ ਉਹਨਾਂ ਨੇ ਵੈਦਰ ਕੰਟਰੋਲ ਕਰਕੇ ਇਲੈਕਸ਼ਨ ਦੇ ਨੇੜੇ ਇੱਕ ਕੁਦਰਤੀ ਕਲਾਈਮੇਟੀ ਲਿਆ ਕੇ ਦਿਖਾ ਦਿੱਤੀ, ਇੱਕ ਕੁਦਰਤੀ ਤਬਾਹੀ ਲਿਆ ਕੇ ਦਿਖਾ ਦਿੱਤੀ। ਇਹਦਾ ਫਾਇਦਾ ਇਲੈਕਸ਼ਨ 'ਚ ਹੋਣ ਵਾਲਾ, ਮਤਲਬ ਕੁਝ ਵੀ। ਔਰ ਏਜੰਸੀਜ਼ ਕਹਿ ਰਹੀਆਂ ਨੇ ਭਈ ਇੱਦਾਂ ਦੀ ਮਿਸਇਨਫੋਰਮੇਸ਼ਨ ਨਾ ਲੈ ਕੇ ਆਓ ਔਰ ਕਿਤੇ ਨਾ ਕਿਤੇ ਕੁਝ ਇਨਫੋਰਮੇਸ਼ਨ ਡੋਨਲਡ ਟਰੰਪ ਵੱਲੋਂ ਵੀ ਗਈ ਹੈ ਔਰ ਉਸ ਸਾਰੀ ਮਿਸਇਨਫੋਰਮੇਸ਼ਨ ਨੂੰ ਵੀ ਬਾਈਡਨ ਪ੍ਰਸ਼ਾਸਨ ਨੇ ਹੈਂਡਲ ਕਰਨਾ ਔਰ ਨਾਲ ਇਸ ਸਿਚੁਏਸ਼ਨ ਨੂੰ ਵੀ ਹੈਂਡਲ ਕਰਨਾ। ਕਲਾਈਮੇਟ ਚੇਂਜ ਇੱਥੇ ਆਉਂਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਜੋ ਇਹ ਤੂਫਾਨ ਹੈ ਇਹਦਾ ਸਾਈਜ਼ ਵੱਧਦਾ ਜਾ ਰਿਹਾ ਹੈ, ਇਹਦੀ ਫ੍ਰੀਕੁਐਂਸੀ ਵੱਧਦੀ ਜਾ ਰਹੀ ਹੈ, ਇਹਦੀ ਸਪੀਡ ਵੱਧਦੀ ਜਾ ਰਹੀ ਹੈ, ਇਹਦੀ ਤਬਾਹੀ ਕਰਨ ਦੀ ਤਾਕਤ ਵੱਧਦੀ ਜਾ ਰਹੀ ਹੈ, ਤੇ ਕਲਾਈਮੇਟ ਚੇਂਜ ਹੈ ਜਿਹਦੇ ਬਾਰੇ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੀ ਸਾਲਾਨਾ ਸਬਮਿਟ ਦੇ ਵਿੱਚ ਜੋ ਬਾਈਡਨ ਨੇ ਵੀ ਕਿਹਾ, ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਨੇ ਵੀ ਕਿਹਾ ਔਰ ਵਰਲਡ ਦੇ तमाम ਲੀਡਰਸ ਨੇ ਵੀ ਕਿਹਾ, ਕਲਾਈਮੇਟ ਚੇਂਜ ਸਾਡਾ ਸਰਵਾਈਵਲ, ਸਾਡੀ ਧਰਤੀ ਦਾ ਸਰਵਾਈਵਲ ਮੁਸ਼ਕਿਲ 'ਚ ਪਿਆ ਹੋਇਆ ਔਰ ਅਸੀਂ ਆਪਣੀ ਜੰਗਾਂ ਦੀ ਖੇਡ ਖੇਡਦੇ ਪਏ ਹਾਂ, ਰਾਜਨੀਤੀ ਦੀ ਖੇਡ ਖੇਡਦੇ ਪਏ ਹਾਂ, ਇਕਨੋਮੀ ਦੀ, ਵਰਲਡ ਮਾਰਕੀਟ ਦੀ ਖੇਡ ਖੇਡਦੇ ਪਏ ਹਾਂ। ਪਹਿਲਾਂ ਜੀਵਨ ਦੀ ਖੇਡ ਨੂੰ ਤੇ ਟਰੈਕ ਤੇ ਲੈ ਆਈਏ, ਜੇ ਬਚਾਂਗੇ ਤਾਂ ਹੀ ਖੇਡ ਖੇਡ ਸਕਾਂਗੇ। ਨੈਚੁਰਲ ਕਲਾਈਮੇਟ ਜਿੱਦਾਂ ਆ ਰਹੇ ਨੇ, ਸਾਡਾ ਸਰਵਾਈਵਲ ਖਤਰੇ 'ਚ ਪਿਆ ਹੋਇਆ ਔਰ ਉਸੇ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਯੁੱਧਾਂ ਕਰਕੇ ਵੀ ਕਲਾਈਮੇਟ ਚੇਂਜ। ਯੂਕਰੇਨ ਦੇ ਵਿੱਚ ਸਾਰੀ ਜਿਹੜੀ ਜੰਗਲਾਂ ਦੀ ਖੂਬਸੂਰਤੀ ਖਤਮ ਹੋ ਗਈ, ਬੰਬ ਡਿੱਗ ਡਿੱਗ ਕੇ, ਥਾਂ ਥਾਂ ਦੇ ਉੱਤੇ ਪਾਣੀ ਗੰਦਾ, ਪੋਲਿਊਸ਼ਨ, ਹਵਾ ਦੇ ਵਿੱਚ ਬਾਰੂਦ ਸੁੰਘਦੇ ਪਏ ਨੇ ਲੋਕ, ਇੰਨੀਆਂ ਬੰਬਾਂ, ਇੰਨੀਆਂ ਮਿਜ਼ਾਈਲਾਂ ਔਰ ਨਾਲ ਪਤਾ ਨਹੀਂ ਕਿੱਥੇ ਕਿੱਥੇ ਮਾਈਨਸ ਵਿਛੀਆਂ ਹੋਈਆਂ ਨੇ, ਬਾਰੂਦੀ ਸੁਰੰਗਾਂ ਵਿਛਾ ਰੱਖੀਆਂ ਦੁਸ਼ਮਣਾਂ ਵਾਸਤੇ, ਉਹ ਕਿਤੇ ਆਪਣੇ ਲੋਕਾਂ ਦੇ ਪੈਰ ਨਾ ਉਹਦੇ ਉੱਤੇ ਪੈ ਜਾਣ ਜਦੋਂ ਸੀਜ਼ ਫਾਇਰ ਹੋਏਗਾ, ਉਹ ਨਾ ਕਿਤੇ ਮਾਰੇ ਜਾਣ। ਇੰਨੀ ਗੰਦਗੀ ਬਾਰੂਦ ਦੀ ਔਰ ਇੰਨੀ ਗੰਦਗੀ, ਤਬਾਹੀ, ਲਾਸ਼ਾਂ ਦੀ, ਖੂਨ ਦੀ ਸਮੈਲ, ਬਿਮਾਰੀਆਂ, ਇਹ ਸਾਰੀ ਕੁਦਰਤੀ ਆਪਦਾ ਹੀ ਹੈ ਜੋ ਇਨਸਾਨ ਨੇ ਪੈਦਾ ਕੀਤੀ ਹੈ ਔਰ ਇੱਕ ਕਲਾਈਮੇਟ ਚੇਂਜ ਹੈ। ਲਾਈਕਵਾਈਜ਼ ਗਾਜ਼ਾ, ਲੈਬਨਾਨ, ਇਹ ਸਾਰਾ ਜੋ ਮਿਡਲ ਈਸਟ ਜਿੱਥੇ ਜਿੱਥੇ ਜੰਗ ਹੋ ਰਹੀ ਹੈ ਉੱਥੇ ਵੀ ਕੂੜਾ ਕਚਰਾ ਪਿਆ ਹੋਇਆ, ਬਿਲਡਿੰਗਾਂ ਦੀਆਂ ਸਾਰੀਆਂ ਟੁੱਟੀਆਂ ਹੋਈਆਂ ਇੱਟਾਂ, ਮਟੀਰੀਅਲ ਸਾਰਾ ਡਿੱਗਿਆ ਹੋਇਆ, ਕੌਣ ਸਾਫ਼ ਕਰੂਗਾ? ਗੰਦੀ ਸੈਨੀਟੇਸ਼ਨ, ਗੰਦਗੀ ਹੈ ਨਾ, ਔਰ ਨਾਲ ਲਾਸ਼ਾਂ ਪਤਾ ਨਹੀਂ ਕਿੱਥੇ ਕਿੱਥੇ ਦਬੀਆਂ ਪਈਆਂ ਨੇ, ਬਦਬੂ ਹਰ ਵਕਤ, ਹਰ ਪਾਸੇ ਬਿਮਾਰੀਆਂ ਦਾ ਖਤਰਾ, ਮੈਡੀਕੇਸ਼ਨ ਨਹੀਂ ਹੋ ਰਹੀ, ਹਸਪਤਾਲ ਨਹੀਂ ਹੈਗੇ। ਹੁਣ ਤੁਸੀਂ ਦੇਖੋ ਸਕੂਲ ਦੇ ਵਿੱਚ ਇਜ਼ਰਾਈਲ ਦਾ ਬੰਬ ਡਿੱਗਿਆ, ਕਈ ਬੱਚੇ ਮਾਰੇ ਗਏ, ਸਕੂਲ ਦੇ ਉੱਤੇ ਹਮਲਾ, ਮਤਲਬ ਕੋਈ ਥਾਂ ਛੱਡੀ ਹੋਈ ਨਹੀਂ। ਉਹ ਸਕੂਲ ਦੇ ਵਿੱਚ ਵੀ ਕੁਝ ਫਿਲਿਸਤੀਨੀਆਂ ਨੇ ਪਨਾਹ ਲਿੱਤੀ ਹੋਈ ਸੀ, ਉੱਥੇ ਬੰਬ ਮਾਰਿਆ ਔਰ ਜੇ ਆਰਮੀ ਨੂੰ ਪੁੱਛੋਗੇ ਤਾਂ ਕਹਿਣਗੇ ਕਿ ਸਾਨੂੰ ਰਿਪੋਰਟ ਮਿਲੀ ਸੀ ਉੱਥੇ ਹਿਜ਼ਬੁੱਲਾ ਦੇ, ਹਮਾਸ ਦੇ ਲੀਡਰਸ ਲੁਕੇ ਹੋਏ ਨੇ, ਅਸੀਂ ਤੇ ਤਾਂ ਬੰਬ ਮਾਰੇ। ਦਲੀਲ ਬਹੁਤ ਵਧੀਆ,
ਅਸੀਂ ਤਾਂ ਦੁਸ਼ਮਣ ਨੂੰ ਖਤਮ ਕਰਨਾ ਹੈ, ਕਿਉਂਕਿ ਇਹ ਜਿਹੜੇ ਲੋਕ ਨੇ ਇਹ ਪੂਰੀ ਦੁਨੀਆ ਦੀ ਸ਼ਾਂਤੀ ਦੇ ਦੁਸ਼ਮਣ ਨੇ। ਅਸੀਂ ਤੇ ਇਜ਼ਰਾਈਲ ਵਾਲੇ ਦੁਨੀਆ ਦੀ ਸ਼ਾਂਤੀ ਵਾਸਤੇ ਲੜਾਈ ਕਰਦੇ ਪਏ ਹਾਂ। ਦੁਨੀਆ ਦੀ ਲੜਾਈ ਅਸੀਂ ਕਰਦੇ ਪਏ ਹਾਂ, ਜੋ ਹਮਾਸ ਤੇ ਹਿਜ਼ਬੁੱਲਾ ਨੂੰ ਮਾਰਦੇ ਪਏ ਹਾਂ, ਜੋ ਈਰਾਨ ਵੱਲੋਂ ਸਪੋਰਟ ਪ੍ਰਾਪਤ ਕਰਕੇ ਉਹਨਾਂ ਦੀ ਪ੍ਰੌਕਸੀ ਵਾਰ ਲੜਦੇ ਪਏ ਨੇ। ਹੁਣ ਗੱਲ ਈਰਾਨ ਵੱਲ ਨਿਕਲ ਜਾਂਦੀ ਹੈ। ਈਰਾਨ ਦੀ ਆਰਮੀ ਜਿੱਡੀ ਜ਼ਬਰਦਸਤ ਹੈ, ਉਹਨਾਂ ਇਜ਼ਰਾਈਲ ਦਾ ਜ਼ਬਰਦਸਤ ਹੋਣਾ ਹੈਗਾ ਕਿ ਉਹਨਾਂ ਦੀ ਮੁਕਾਬਲੇ ਵਿੱਚ ਮਤਲਬ ਦੰਦ ਖੱਟੇ ਕਰ ਸਕਦੇ ਨੇ। ਇੱਕ ਇਹ ਵੀ ਗੱਲ ਹੈ। ਔਰ ਨੇਤਨਯਾਹੂ ਐਗਜ਼ੈਕਟਲੀ ਕਹਿੰਦੇ ਪਏ ਨੇ ਲੈਬਨਾਨ ਨੂੰ, ਗਾਜ਼ਾ ਨੂੰ, ਸਭ ਨੂੰ, ਜਿੱਥੇ ਜਿੱਥੇ ਉਹ ਯੁੱਧ ਛੇੜ ਕੇ ਬੈਠੇ ਨੇ, ਕਿ ਤੁਸੀਂ ਹਮਾਸ ਨੂੰ ਰਿਜੈਕਟ ਕਰੋ, ਹਿਜ਼ਬੁੱਲਾ ਨੂੰ ਰਿਜੈਕਟ ਕਰੋ, ਨਹੀਂ ਤੇ ਫਿਰ ਤੁਸੀਂ ਤਬਾਹੀ ਵਾਸਤੇ ਤਿਆਰ ਰਹੋ, ਤੁਹਾਨੂੰ ਆਜ਼ਾਦੀ ਦੀ ਕੀਮਤ ਅਦਾ ਕਰਨੀ ਪੈਣੀ ਹੈ। तमाम ਗੱਲਾਂ ਚੱਲਦੀਆਂ ਨੇ। ਸੋ ਉਧਰ ਪੈਂਟਾਗਨ ਨੇ ਵੀ ਆਪਣੇ ਕੁਝ ਟਰੂਪਸ ਹੋਰ ਭੇਜਣ ਦੀ ਮਤਲਬ ਸਾਰੀ ਰਣਨੀਤੀ ਤਿਆਰ ਕਰ ਲਈ ਹੈ। ਉਹਨਾਂ ਨੇ ਵੀ ਕੁਝ ਹੋਰ ਟਰੂਪਸ ਭੇਜਣੇ ਨੇ ਇਜ਼ਰਾਈਲ ਦੇ ਵਿੱਚ, 100 ਦੇ ਕਰੀਬ, ਔਰ ਕੁਝ ਮਿਜ਼ਾਈਲ ਡਿਫੈਂਸ ਸਿਸਟਮ, ਸਾਰੀ ਵੈਪਨਰੀ ਸਾਇੰਸ ਜੋ ਇਸਤੇਮਾਲ ਹੁੰਦੀ ਆ, ਉਹ ਸਾਰੇ ਵੈਪਨਸ ਐਂਡ ਐਵਰੀਥਿੰਗ ਉੱਤੇ ਭੇਜ ਰਹੇ ਨੇ, ਕਿਉਂਕਿ ਇਜ਼ਰਾਈਲ ਈਰਾਨ ਦੇ ਉੱਤੇ ਅਟੈਕ ਮਾਰੇਗਾ, ਇਸ ਗੱਲ ਦਾ ਖਤਰਾ ਬਣਿਆ ਹੋਇਆ ਹੈ। ਔਰ ਇਹ ਵਾਰ ਕਿਤੇ ਨਿਊਕਲੀਅਰ ਵਾਰ ਨਾ ਬਣ ਜਾਏ, ਇਸ ਗੱਲ ਦਾ ਖਤਰਾ ਬਣਿਆ ਹੋਇਆ ਹੈ। ਇਜ਼ਰਾਈਲ ਕਿਤੇ ਈਰਾਨ ਦੇ ਨਿਊਕਲੀਅਰ ਠਿਕਾਣਿਆਂ ਦੇ ਉੱਤੇ ਅਟੈਕ ਨਾ ਕਰ ਦੇਵੇ, ਇਸ ਗੱਲ ਦਾ ਖਤਰਾ ਬਣਿਆ ਹੋਇਆ ਹੈ। ਔਰ ਇਹ US ਦੇ ਉੱਤੇ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ। ਇਸ ਕਰਕੇ ਪੈਂਟਾਗਨ ਆਪਣੀਆਂ ਫੋਰਸਿਸ ਭੇਜਦਾ ਪਿਆ ਹੈ। ਔਰ ਨਾਲੇ ਵੀ ਰਿਪੋਰਟਸ ਨੇ ਕਿ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਆਪਣੀਆਂ ਫੋਰਸਿਸ ਭੇਜੀਆਂ ਹੋਈਆਂ ਪੀਸ ਕੀਪਿੰਗ ਦੀਆਂ, ਉਹਨਾਂ ਉੱਤੇ ਵੀ ਅਟੈਕ ਹੁੰਦਾ ਹੈ ਇਜ਼ਰਾਈਲੀ ਆਰਮੀ ਵੱਲੋਂ। ਔਰ ਉਹ ਵੀ ਉਹੀ ਦਲੀਲ ਕਿ ਸਾਨੂੰ ਦੇ ਉੱਤੇ ਖਬਰ ਮਿਲਦੀ ਹੈ ਕਿ ਦੁਸ਼ਮਣ ਹੈਗਾ, ਸਾਨੂੰ ਕੀ ਪਤਾ ਕਿ ਉੱਥੇ ਯੂਨਾਈਟਿਡ ਨੇਸ਼ਨਸ ਦੇ ਪੀਸ ਕੀਪਰਸ ਬੈਠੇ ਨੇ। ਸੋ ਇਹ तमाम ਗੱਲਾਂ ਚੱਲਦੀਆਂ ਪਈਆਂ ਨੇ। ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ, ਜਿੱਦਾਂ ਆਪਾਂ ਪੁਰਾਣਾ ਕਿਸੇ ਨੇ ਇੱਕ ਕਹਾਵਤ ਕਹੀ ਹੈ, ਪਤਾ ਨਹੀਂ ਕਿਹਨੇ ਇਹ ਕਹਾਵਤ ਕਹੀ ਹੈ, ਪਰ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ ਕੋਈ ਗੱਲ ਜੱਜਦੀ ਨਹੀਂ ਹੈ ਕਿ ਕੁਝ ਵੀ ਕਰ ਲਓ, ਕਮ ਸੇ ਕਮ ਇਨਸਾਨੀਅਤ ਤੇ ਹੋਣੀ ਚਾਹੀਦੀ ਹੈ ਨਾ। ਸੋ ਦੇਖੋ, ਸਭ ਦੀ ਆਪਣੀ ਆਪਣੀ ਸੋਚ ਹੈ। ਔਰ ਇਸ ਵਕਤ 4 ਲੱਖ ਦੇ ਕਰੀਬ ਲੋਕ ਆਪਣੇ ਘਰ-ਬਾਰ ਤੋਂ ਉੱਜੜ ਚੁੱਕੇ ਨੇ, ਬੱਚੇ ਅਨਾਥ ਹੋ ਚੁੱਕੇ ਨੇ। ਇੱਕ ਐਸੀ ਬਸਤੀ ਬਸਾ ਕੇ ਰੱਖ ਦਿੱਤੀ ਹੈ ਜਿਹਨੂੰ ਕਹਿੰਦੇ ਨੇ ਔਰਫਨ ਸਿਟੀ, ਜੋ ਅਨਾਥ ਹੋ ਚੁੱਕੇ ਨੇ, ਉਹਨਾਂ ਦਾ ਸ਼ਹਿਰ, ਅਨਾਥਾਂ ਦਾ ਸ਼ਹਿਰ। ਕਈ ਬੱਚੇ ਆਪਣੇ ਮਾਂ-ਬਾਪ ਵੀ ਗਵਾ ਚੁੱਕੇ ਨੇ, ਆਪਣੇ ਸਰੀਰ ਦੇ ਅੰਗ ਵੀ ਗਵਾ ਚੁੱਕੇ ਨੇ। ਔਰ ਐਸੀ ਸਥਿਤੀ ਦੇ ਵਿੱਚ ਬੱਚੇ ਉੱਥੇ ਰਹਿ ਰਹੇ ਨੇ। 373 ਦਿਨ ਹੋ ਚੁੱਕੇ ਨੇ ਇਸ ਲੜਾਈ ਨੂੰ, ਯਾਨੀ ਕਿ ਸਾਲ ਤੋਂ ਉੱਤੇ ਹੋ ਚੁੱਕਾ ਹੈ। ਔਰ 42,126 ਦੇ ਕਰੀਬ ਫਿਲਿਸਤੀਨੀ ਮਾਰੇ ਜਾ ਚੁੱਕੇ ਨੇ। ਔਰ ਇਹ ਸਾਰੇ ਹਾਲਾਤ ਬਣੇ ਹੋਏ ਨੇ। ਔਰ ਯੂਨਾਈਟਿਡ ਨੇਸ਼ਨਸ ਵੱਲੋਂ ਜੋ ਵੀ ਬਦਖੋਈ ਹੋ ਰਹੀ ਹੈ ਔਰ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ ਜੋ ਵੀ ਨਿੰਦਾ ਹੋ ਰਹੀ ਹੈ, ਉਹ ਅਸੀਂ ਸਾਰੇ ਹੀ ਜਾਣਦੇ ਹਾਂ। ਔਰ ਇਸ ਵਕਤ ਵਾਕਈ ਸਿਚੁਏਸ਼ਨ ਸੀਜ਼ ਫਾਇਰ ਵਾਲੀ ਤੇ ਨਹੀਂ ਹੈ, ਔਰ ਸੀਜ਼ ਫਾਇਰ ਤੋਂ ਇਹ ਸਿਚੁਏਸ਼ਨ ਬਹੁਤ ਅੱਗੇ ਵੱਧ ਚੁੱਕੀ ਹੈ, ਔਰ ਜਿਹਦੇ ਵਿੱਚ ਇੱਕ ਖੁੱਲੀ ਵਾਰ ਇਹ ਬਣਿਆ ਹੋਇਆ ਹੈ ਸਾਰਾ ਮਾਹੌਲ, ਔਰ ਇਹ ਵਾਰ ਕਿਸੇ ਪਾਸੇ ਵੀ ਜਾ ਸਕਦੀ ਹੈ। ਲਾਈਕਵਾਈਜ਼ ਯੂਕਰੇਨ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਾਫੀ ਸਮੇਂ ਤੋਂ ਚੱਲਦੀ ਪਈ ਹੈ ਇਹ ਵਾਰ, ਔਰ ਜ਼ਬਰਦਸਤੀ ਨਾਲ ਰਸ਼ੀਆ ਦੀ ਆਰਮੀ ਦੇ ਵਿੱਚ ਲੋਕਾਂ ਨੂੰ, ਨੌਜਵਾਨਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਜਿੱਥੇ ਤੱਕ ਵੀ ਪੁਤਿਨ ਦੀ ਪਾਵਰ ਹੈ, ਦਬਦਬਾ ਹੈ, ਡਰ ਹੈ, ਉਸ ਦਾ ਇਸਤੇਮਾਲ ਕਰਕੇ ਜੋ ਨਹੀਂ ਵੀ ਆਉਣਾ ਚਾਹੁੰਦੇ ਉਹਨਾਂ ਨੂੰ ਵੀ ਜ਼ਬਰਦਸਤੀ ਆਰਮੀ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਕਿਉਂਕਿ ਇਹ 2 ਫਰੰਟਸ ਤੇ ਲੜੀ ਜਾ ਰਹੀ ਹੈ, ਇੱਕ ਤੇ ਬਾਰਡਰਸ ਦੇ ਉੱਤੇ, ਇੱਕ ਪੋਲੀਟੀਕਲ ਪਾਵਰ ਦਾ ਇਸਤੇਮਾਲ ਹੋ ਰਿਹਾ ਹੈ। ਦੋਵਾਂ 'ਚ ਦੇਖੋ ਹੁਣ ਕੌਣ ਜਿੱਤਦਾ, ਕਿਉਂਕਿ ਜ਼ੈਲੈਂਸਕੀ ਬਾਰ-ਬਾਰ ਇਹ ਕਹਿ ਰਹੇ ਨੇ ਕਿ ਪੁਤਿਨ ਨੂੰ ਕੋਈ ਵੀ ਪੋਲੀਟੀਕਲ ਸਪੇਸ ਨਹੀਂ ਦੇਣੀ, ਉਸ ਨੂੰ ਮੈਂ ਸੀਜ਼ ਫਾਇਰ ਵਾਸਤੇ ਮਜਬੂਰ ਕਰਨਾ ਹੈ। ਕਿੱਦਾਂ? ਉਹਨਾਂ ਦੀ ਵਿਕਟਰੀ ਪਲਾਨ ਹੈਗੀ ਆ, ਜੋ ਲੈ ਕੇ ਥਾਂ-ਥਾਂ ਤੇ ਜਾਂਦੇ ਨੇ ਔਰ ਵਰਲਡ ਲੀਡਰਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਜ਼ੈਲੈਂਸਕੀ ਨੂੰ, ਉਹਨਾਂ ਦੀ ਵਿਕਟਰੀ ਪਲਾਨ ਨੂੰ ਸਪੋਰਟ ਕਰਨ। ਔਰ ਉਹਨਾਂ ਦਾ ਦੇਸ਼ ਜਿੱਥੇ ਬੰਬ ਚੱਲਦੇ ਪਏ ਨੇ, ਬੰਬਾਂ ਨੂੰ ਫੇਸ ਕਰਦਾ ਪਿਆ, ਬੰਬਾਂ ਦਾ, ਹਥਿਆਰਾਂ ਦਾ, ਬਾਰੂਦ ਦਾ ਸਾਹਮਣਾ ਕਰਦਾ ਪਿਆ, ਇਹ ਉਹਨਾਂ ਦੇ ਦੇਸ਼ ਦੀ ਹਾਲਤ ਹੈ। ਔਰ ਪੁਤਿਨ ਆਪਣੀ ਪਾਵਰ ਦਾ ਇਸਤੇਮਾਲ ਕਰ ਰਹੇ ਨੇ। ਔਰ ਇਸ ਵਕਤ ਪੁਤਿਨ ਕੀ ਪਲਾਨ ਦੇ ਵਿੱਚ ਨੇ ਕਿ ਜੋ ਪੋਰਟਸ ਨੇ, ਜੋ ਬੰਦਰਗਾਹਾਂ ਨੇ
ਯੂਕਰੇਨ ਦੀਆਂ ਸਿਵਿਲੀਅਨ ਬੰਦਰਗਾਹਾਂ ਜਿੱਥੋਂ ਅਨਾਜ ਐਕਸਪੋਰਟ ਕਰਦਾ ਹੈ ਯੂਕਰੇਨ ਦੁਨੀਆ ਨੂੰ, ਉਹਨਾਂ ਪੋਰਟਸ ਦੇ ਉੱਤੇ ਹਮਲਾ ਕੀਤਾ ਜਾਵੇ ਤਾਂ ਕਿ ਯੂਕਰੇਨ ਦੁਨੀਆ ਨੂੰ ਅਨਾਜ ਸਪਲਾਈ ਨਾ ਕਰ ਸਕੇ ਔਰ ਪੈਸਾ ਕਮਾ ਕੇ ਆਪਣੀ ਇਕਨੋਮੀ ਦੇ ਵਿੱਚ ਨਾ ਲਗਾ ਸਕੇ, ਪੈਸਾ ਕਮਾ ਕੇ ਹਥਿਆਰ ਦੇ ਵਿੱਚ ਨਾ ਲਗਾ ਸਕੇ। ਇਸ ਕਰਕੇ ਉਹ ਜਿਹੜੇ ਕਣਕ ਦੇ ਭਰੇ ਹੋਏ ਜਾਂ ਅਨਾਜ ਦੇ ਭਰੇ ਹੋਏ ਸ਼ਿਪਸ ਨੇ ਉਹਨਾਂ ਨੂੰ ਤਬਾਹ ਕੀਤਾ ਜਾਵੇ, ਪੋਰਟਸ ਨੂੰ ਤਬਾਹ ਕੀਤਾ ਜਾਵੇ। ਭਾਵੇਂ ਦੁਨੀਆ ਦੇ ਵਿੱਚ ਅਨਾਜ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗ ਪੈਣ, ਜਿੰਨੀਆਂ ਮਰਜ਼ੀ ਮਹਿੰਗੀਆਂ ਹੋ ਜਾਣ ਖਾਣ ਪੀਣ ਦੀਆਂ ਚੀਜ਼ਾਂ, ਪਰ ਅਸੀਂ ਤਬਾਹ ਕਰਨਾ ਹੈ। ਮਤਲਬ ਇਹ ਵੀ ਸੋਚ ਹੈ। ਇਹਨੂੰ ਲੜਾਈ ਦੇ ਪੁਆਇੰਟ ਆਫ ਵਿਊ ਤੋਂ ਕਿ ਪੈਸਾ ਨਾ ਕਮਾ ਲਵੇ ਯੂਕਰੇਨ ਯੁੱਧ ਦੇ ਵਿੱਚ ਲੜਨ ਵਾਸਤੇ ਤੇ ਇਕਨੋਮੀ ਦੇ ਵਿੱਚ ਲਗਾਉਣ ਵਾਸਤੇ, ਇਸ ਕਰਕੇ ਅਨਾਜ ਦੇ ਭੰਡਾਰ ਹੀ ਖਤਮ ਕਰ ਦਿਓ। ਪਰ ਇਹ ਨਹੀਂ ਸੋਚਣਾ ਕਿ ਅਨਾਜ ਦੇ ਭੰਡਾਰ ਖਤਮ ਹੋਣ ਕਾਰਨ ਦੁਨੀਆ ਦਾ ਕੀ ਹਾਲ ਹੋਏਗਾ, ਦੁਨੀਆ ਦੇ ਵਿੱਚ ਅਨਾਜ ਦੀ ਕਮੀ ਹੋ ਸਕਦੀ ਹੈ, ਅਨਾਜ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਸਕਦੀਆਂ ਨੇ। ਇਹ ਨਹੀਂ ਸੋਚਣਾ। ਪੁਤਿਨ ਸਾਹਿਬ ਨੇ ਉੱਥੇ ਪਾਵਰ ਇਸਤੇਮਾਲ ਕਰਨੀ ਹੈ। ਮਤਲਬ ਦੇਖੋ ਸਹੀ, ਇਹ ਦੁਨੀਆ ਦੇ ਇੰਟੈਲੀਜੈਂਟ ਲੀਡਰਸ, ਇਹ ਸਿਆਣੇ ਲੋਕ ਜੋ ਵੱਡੇ ਵੱਡੇ ਦੇਸ਼ਾਂ ਨੂੰ ਚਲਾਉਂਦੇ ਨੇ, ਹਕੂਮਤ ਕਰਦੇ ਨੇ, ਇਹ ਸੋਚ ਕਿੱਥੇ ਆਈ ਹੋਈ ਹੈ। ਦੁਨੀਆ ਬਾਰੇ ਨਹੀਂ ਸੋਚਣਾ, ਦੁਨੀਆ ਦੇ ਲੋਕਾਂ ਬਾਰੇ ਨਹੀਂ ਸੋਚਣਾ, ਦੁਨੀਆ ਦੀ ਭੁੱਖਮਰੀ ਬਾਰੇ ਨਹੀਂ ਸੋਚਣਾ, ਲੜਾਈ ਜਿੱਤਣ ਬਾਰੇ ਸੋਚਣਾ। ਸੁਡਾਨ ਵਿੱਚ ਸਿਵਲ ਵਾਰ ਚੱਲਦੀ ਪਈ ਹੈ, ਉੱਥੇ ਲੋਕ ਭੁੱਖੇ ਮਰਦੇ ਪਏ ਨੇ ਔਰ ਯੂਨਾਈਟਿਡ ਨੇਸ਼ਨਸ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹਨਾਂ ਨੂੰ ਸਪੋਰਟ ਕਰੇ, ਉਹਨਾਂ ਨੂੰ ਖਾਣਾ ਦੇਵੇ। ਪਰ ਇੱਥੇ ਪੁਤਿਨ ਨੇ ਅਨਾਜ ਨੂੰ ਤਬਾਹ ਕਰਨਾ, ਖਾਣ ਪੀਣ ਦੀਆਂ ਚੀਜ਼ਾਂ ਨੂੰ ਖਤਮ ਕਰਨਾ। ਮਤਲਬ ਜਿਹੜੇ ਭੁੱਖਮਰੀ ਨਾਲ ਮਰਦੇ ਪਏ ਨੇ ਉਹਨਾਂ ਨੂੰ ਬਿਲਕੁਲ ਹੀ ਮਾਰ ਦਿਓ। ਉਧਰ ਗਾਜ਼ਾ ਦੇ ਵਿੱਚ ਵੀ ਇਹ ਸਿਚੁਏਸ਼ਨ ਬਣੀ ਹੋਈ ਹੈ ਔਰ ਯੂਨਾਈਟਿਡ ਨੇਸ਼ਨਸ ਇਹ ਕਹਿ ਰਿਹਾ ਹੈ ਕਿ ਇਸ ਵਕਤ ਉੱਥੇ ਇਹ ਹਾਲਾਤ ਬਣੇ ਹੋਏ ਨੇ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਉੱਥੇ ਖਾਣ ਪੀਣ ਦਾ ਸਮਾਨ ਪਹੁੰਚਾਉਣਾ ਮੁਸ਼ਕਿਲ ਹੋ ਰਿਹਾ ਹੈ। ਔਰ ਸਾਨੂੰ ਨਹੀਂ ਪਤਾ ਗਾਜ਼ਾ ਦੇ ਕੋਲ ਕਿੰਨਾ ਖਾਣ ਪੀਣ ਦਾ ਸਮਾਨ ਹੈਗਾ। ਜੇ ਕਿਤੇ ਉੱਥੇ ਵੀ ਕਮੀ ਆ ਗਈ, ਉੱਥੇ ਵੀ ਭੁੱਖਮਰੀ ਫੈਲ ਸਕਦੀ ਹੈ, ਸੈਕੰਡ ਸੁਡਾਨ ਬਣ ਸਕਦਾ ਹੈ, ਜਿਵੇਂ ਲੈਬਨਾਨ ਸੈਕੰਡ ਗਾਜ਼ਾ ਬਣਦਾ ਪਿਆ। ਸੋ ਇਹ तमाम ਗੱਲਾਂ, ਮਤਲਬ ਇਹ ਸਿਆਣੇ ਲੋਕ ਕਿੱਦਾਂ ਦੀ ਸਿਆਣਪ ਦਿਖਾ ਰਹੇ ਨੇ, ਇਹ ਆਮ ਲੋਕਾਂ ਦੀ ਸਮਝ ਤੋਂ ਬਾਹਰ ਦੀ ਗੱਲ ਹੈ। ਨਾਓ ਇਹ ਯੂਕਰੇਨ ਦਾ ਹਾਲ ਹੈ ਔਰ ਯੂਕਰੇਨ ਦੇ ਵਿੱਚ ਇੱਕ ਹੋਰ ਨਵਾਂ ਐਕਸਪੈਰੀਮੈਂਟ ਹੋ ਰਿਹਾ ਕਿ ਜਿਹੜੇ ਸਟੈਂਡ ਅਪ ਕਾਮੇਡੀਅਨਸ ਨੇ, ਆਪਾਂ ਦੇਖਦੇ ਹਾਂ ਥਾਂ ਥਾਂ ਦੇ ਉੱਤੇ ਲੋਕਾਂ ਨੂੰ ਹਸਾਉਂਦੇ ਨੇ, ਕਾਮੇਡੀ ਕਰਦੇ ਨੇ, ਤਾਂ ਯੂਕਰੇਨ ਦੇ ਵਿੱਚ ਵੀ ਜਿਹੜੇ ਸਟੈਂਡ ਅਪ ਕਾਮੇਡੀਅਨਸ ਨੇ ਉਹ ਥਾਂ ਥਾਂ ਦੇ ਉੱਤੇ ਕਾਮੇਡੀ ਕਰਕੇ ਪੈਸਾ ਇਕੱਠਾ ਕਰ ਰਹੇ ਨੇ ਤਾਂ ਕਿ ਉਹ ਯੁੱਧ ਨੂੰ ਸਪੋਰਟ ਕਰ ਸਕਣ, ਵਾਰ ਨੂੰ ਸਪੋਰਟ ਕਰਨ ਵਾਸਤੇ ਇੱਦਾਂ ਵੀ ਪੈਸਾ ਕਮਾ ਰਹੇ ਨੇ, ਨਾਲ ਲੋਕਾਂ ਨੂੰ ਖੁਸ਼ ਕਰ ਰਹੇ ਨੇ। ਔਰ ਜ਼ੈਲੈਂਸਕੀ ਦਾ ਜੋ ਖਜ਼ਾਨਾ ਹੈ ਉੱਥੇ, ਯੂਕਰੇਨ ਦਾ ਜੋ ਖਜ਼ਾਨਾ ਹੈ ਉੱਥੇ ਉਹ ਪੈਸਾ ਭੇਜਦੇ ਪਏ ਨੇ ਤਾਂ ਕਿ ਵਾਰ ਕੰਟੀਨਿਊ ਰਹੇ। ਸੋ ਇਹ ਹਾਲਾਤ ਬਣੇ ਹੋਏ ਨੇ ਇਸ ਵਕਤ ਔਰ ਇਹਨਾਂ ਸਭ ਦਾ ਬਾਰੂਦ ਦੇ ਫਟਣ ਦਾ ਜੋ ਕਲਾਈਮੇਟ ਦੇ ਉੱਤੇ, ਜੋ ਪਰਿਆਵਰਣ ਦੇ ਉੱਤੇ, ਐਨਵਾਇਰਨਮੈਂਟ ਦੇ ਉੱਤੇ, ਕੁਦਰਤ ਦੇ ਉੱਤੇ ਜੋ ਅਸਰ ਪੈਣਾ ਹੈ ਉਹ ਅਸੀਂ ਸਾਰੇ ਜਾਣਦੇ ਹਾਂ। ਹਾਲਾਂਕਿ ਬਾਰ-ਬਾਰ ਰੌਲਾ ਜ਼ਰੂਰ ਪਾਉਣੇ ਆ ਵੱਡੇ ਵੱਡੇ ਪਲੇਟਫਾਰਮਸ ਤੋਂ, ਇੰਟਰਨੈਸ਼ਨਲ ਪਲੇਟਫਾਰਮਸ ਤੋਂ, ਬੜੇ ਇਮੋਸ਼ਨਲੀ ਹੋ ਕੇ। ਕੁਦਰਤ ਦੇ ਵੀ ਰਾਈਟਸ ਨੇ, ਉਹਨਾਂ ਰਾਈਟਸ ਦੀ ਰੱਖਿਆ ਹੋਣੀ ਚਾਹੀਦੀ ਹੈ। ਹਿਊਮਨ ਲਾਈਫ ਮੈਟਰਸ, ਹਿਊਮਨ ਰਾਈਟਸ ਨੇ। ਮਤਲਬ ਇਹ ਗੱਲਾਂ ਨੇ, ਕਿਤਾਬੀ ਗੱਲਾਂ ਨੇ ਔਰ ਇਹ ਗੱਲਾਂ ਕਈ ਕਿਲੋਮੀਟਰ ਪਿੱਛੇ ਰਹਿ ਜਾਂਦੀਆਂ ਨੇ ਯੁੱਧ ਭੂਮੀ ਤੋਂ। ਜਿੱਥੇ ਬੰਬ ਫਟਦੇ ਨੇ, ਗੋਲੀਆਂ ਚੱਲਦੀਆਂ ਨੇ, ਉੱਥੇ ਇਹ ਕਿਤਾਬੀ ਗੱਲਾਂ ਨਹੀਂ ਹੁੰਦੀਆਂ, ਉੱਥੇ ਗੋਲੀਆਂ ਦੀ ਭਾਸ਼ਾ ਹੀ ਵਰਤੀ ਜਾਂਦੀ ਹੈ। ਇਹ ਗੱਲਾਂ, ਇਹ ਕਿਤਾਬੀ ਗੱਲਾਂ ਕਈ ਕਿਲੋਮੀਟਰ ਪਿੱਛੇ ਰਹਿ ਜਾਂਦੀਆਂ ਨੇ। ਲੈਕਚਰ ਦੇਣ ਵਾਸਤੇ, ਲੋਕਾਂ ਦੇ ਉੱਤੇ ਪ੍ਰਭਾਵ ਪਾਉਣ ਵਾਸਤੇ, ਵੱਡੇ ਵੱਡੇ ਇਮੋਸ਼ਨਲ ਲੈਕਚਰ ਦੇਣ ਵਾਸਤੇ ਇਹ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਨੇ, ਬਟ ਪ੍ਰੈਕਟੀਕਲੀ ਗੋਲੀ ਦੀ ਭਾਸ਼ਾ ਹੀ ਚੱਲਦੀ ਆ। ਅੱਗੇ ਵਧਦੇ ਆਪਾਂ, ਕਿਉਂਕਿ ਇਮੀਗ੍ਰੇਸ਼ਨ ਦਾ ਮੁੱਦਾ, ਇਮੀਗ੍ਰੈਂਟਸ ਦਾ ਮੁੱਦਾ ਇਹ ਬਹੁਤ ਜ਼ਿਆਦਾ ਪੱਖਿਆ ਹੋਇਆ ਹਰ ਥਾਂ ਦੇ ਉੱਤੇ। ਔਰ ਇਸ ਵਕਤ ਕੈਨੇਡਾ ਦੇ ਉੱਤੇ ਇੱਕ ਸਰਕਲ ਲੱਗਦਾ ਕਿ ਕਿਸੇ ਵਕਤ ਕੈਨੇਡਾ ਜੋ ਹੈ ਦੁਨੀਆ ਦਾ ਸਭ ਤੋਂ ਜ਼ਿਆਦਾ ਇਮੀਗ੍ਰੈਂਟ ਫਰੈਂਡਲੀ ਦੇਸ਼ ਸੀਗਾ। ਹਰ ਥਾਂ ਤੋਂ ਇਮੀਗ੍ਰੈਂਟਸ ਆ ਕੇ ਕੈਨੇਡਾ ਦੀ ਧਰਤੀ ਦੇ ਉੱਤੇ ਵਸਦੇ ਸੀ। ਸਭ ਤੋਂ ਜ਼ਿਆਦਾ ਮਤਲਬ ਖੁੱਲੇ ਸੀ ਬਾਰਡਰਸ ਦੇ ਇਮੀਗ੍ਰੈਂਟਸ ਵਾਸਤੇ। ਬਟ ਨਾਓ ਆਪਣੀਆਂ ਪਾਲਿਸੀਜ਼ ਚੇਂਜ ਕਰ ਰਿਹਾ ਹੈ, ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਚੇਂਜ ਕਰ ਰਿਹਾ ਹੈ, ਆਪਣੇ ਰੂਲਸ ਚੇਂਜ ਕਰ ਰਿਹਾ ਹੈ ਔਰ ਦਰਵਾਜ਼ੇ ਬੰਦ ਨੇ। ਹੁਣ ਫਰੈਂਡਲੀ ਨਹੀਂ ਹੈ ਇਮੀਗ੍ਰੈਂਟਸ ਵਾਸਤੇ ਕੈਨੇਡਾ। ਕੁਝ ਚੇਂਜਸ ਹੁੰਦੀਆਂ ਨੇ, ਜਿੱਦਾਂ ਉਹ ਆਪਣੇ ਹਾਲਾਤ ਦੇ ਮੁਤਾਬਿਕ, ਆਪਣੀ ਇਕਨੋਮੀ ਦੇ ਮੁਤਾਬਿਕ, ਆਪਣੇ ਦੇਸ਼ ਦੇ ਸਾਰੇ ਸਿਸਟਮ ਨੂੰ ਠੀਕ ਕਰਨ ਵਾਸਤੇ ਜਿੰਨਾ ਕੁ ਦਰਵਾਜ਼ਾ ਖੁੱਲ੍ਹਾ ਰੱਖਣਾ ਉਹ ਸਹੀ ਸਮਝਦੇ ਨੇ, ਓਨਾ ਕੀ ਖੋਲ੍ਹਦੇ ਨੇ, ਬਾਕੀ ਬੰਦ ਹੀ ਰੱਖਦੇ ਨੇ। ਔਰ ਇੰਡੀਆ ਦੇ ਨਾਲ ਜੋ ਰਿਲੇਸ਼ਨਸ ਇਸ ਵਕਤ ਨੇ ਹਜੇ ਵੀ ਖਟਾਈ 'ਚ ਚੱਲਦੇ ਪਏ ਨੇ, ਹਜੇ ਵੀ ਉਨੇ ਪੁਖਤਾ ਨਹੀਂ ਜਿੰਨੇ ਪਹਿਲਾਂ ਪੁਖਤਾ ਰਹੇ ਨੇ। ਖੈਰ ਮਾਮਲੇ ਸੌਰਟ ਆਊਟ ਹੋ ਜਾਣਗੇ, ਕਿਉਂਕਿ ਕਿਤੇ ਨਾ ਕਿਤੇ
ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਵੀ तमाम ਗੱਲਾਂ ਜੋ ਇਸੇ ਸੰਦਰਭ ਦੇ ਵਿੱਚ ਹੋਈਆਂ ਸੀ, ਜੋ ਕੈਨੇਡਾ ਦੀ ਧਰਤੀ ਦੇ ਉੱਤੇ ਕੁਝ ਕਤਲ ਔਰ ਯੂਨਾਈਟਿਡ ਸਟੇਟਸ ਦੀ ਧਰਤੀ ਦੇ ਉੱਤੇ ਕਤਲ ਦੀ ਕੋਸ਼ਿਸ਼ ਔਰ ਇੰਡੀਆ ਦਾ ਉਹਦੇ ਵਿੱਚ ਇਨਵੋਲਵ ਕਰਨ ਦਾ, ਏਜੰਸੀਜ਼ ਦਾ ਰਿਪੋਰਟ ਦੇਣਾ, ਇਹ ਸਭ ਗੱਲਾਂ ਕਿਤੇ ਨਾ ਕਿਤੇ ਰਿਲੇਸ਼ਨਸ ਦੇ ਵਿੱਚ ਖਟਾਈ ਪਾਉਂਦੀਆਂ ਨੇ। ਬਟ ਡਿਪਲੋਮੈਟਿਕ ਵੇ ਦੇ ਨਾਲ ਇੰਟਰਨੈਸ਼ਨਲ ਰਿਲੇਸ਼ਨਸ ਸੁਧਰ ਜਾਂਦੇ ਨੇ ਔਰ ਉਹਦੀ ਕੋਸ਼ਿਸ਼ ਚੱਲਦੀ ਪਈ, ਕਿਉਂਕਿ ਕੋਈ ਵੀ ਦੇਸ਼ ਆਪਣੀ ਫੋਰਨ ਪਾਲਿਸੀ ਇਸ ਤਰ੍ਹਾਂ ਦੀ ਉਹ ਰੱਖਦਾ ਕਿ ਉਹਦੇ ਵਿੱਚ ਸੌਫਟ ਪਾਵਰ ਦਾ ਇਸਤੇਮਾਲ ਹੁੰਦਾ ਔਰ ਰਿਲੇਸ਼ਨਸ ਸੰਭਾਲ ਕੇ ਰੱਖੇ ਜਾਂਦੇ ਨੇ, ਬਣਾ ਕੇ ਰੱਖੇ ਜਾਂਦੇ ਨੇ, ਹਾਰਡ ਪਾਵਰ ਦਾ ਇਸਤੇਮਾਲ ਨਹੀਂ ਹੁੰਦਾ। ਜਿਵੇਂ ਯੂਕਰੇਨ ਦੇ ਵਿੱਚ ਤੇ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਤੇ ਯੂਕਰੇਨ, ਰਸ਼ੀਆ ਔਰ ਈਰਾਨ ਕਰਦੇ ਪਏ ਨੇ। ਨੋ, ਸੌਫਟ ਪਾਵਰ ਦਾ ਇਸਤੇਮਾਲ ਉਹੀ ਡਿਪਲੋਮੈਟਿਕ ਵੇ ਹੁੰਦੀ ਆ, ਉਹੀ ਫੋਰਨ ਪਾਲਿਸੀ ਦਾ ਆਧਾਰ ਹੁੰਦਾ ਹੈ। ਔਰ ਇੰਡੀਆ ਦੀ ਫੋਰਨ ਪਾਲਿਸੀ ਤਾਂ ਹਮੇਸ਼ਾ ਮਸਤ ਹਾਥੀ ਦੀ ਚਾਲ ਹੈ, ਆਪਣੀ ਚਾਲ ਚੱਲਦੇ ਰਹਿੰਦੇ ਨੇ ਔਰ ਸਭ ਦੇ ਨਾਲ ਦੋਸਤੀ ਨਿਭਾਉਂਦੇ ਰਹਿੰਦੇ ਨੇ ਔਰ ਜਿੱਥੇ ਗਲਤ ਫਹਿਮੀਆਂ ਹੋ ਜਾਣ ਉਹਨਾਂ ਗਲਤ ਫਹਿਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਨਾਓ, ਜੋ ਸਾਡੇ ਬਾਕੀ ਵੀ ਗੁਆਂਢੀ ਮੁਲਕ ਨੇ, ਪਾਕਿਸਤਾਨ ਹੈ, ਚੀਨ ਹੈ, ਬਾਂਗਲਾਦੇਸ਼ ਹੈ, ਸ਼੍ਰੀਲੰਕਾ ਹੈ, तमाम ਸਾਰੇ, ਮਾਲਦੀਵਸ, ਸਭ ਕੁਝ, ਉਹਨਾਂ ਨਾਲ ਵੀ ਸਾਡੇ ਰਿਲੇਸ਼ਨਸ ਕਿੱਦਾਂ ਦੇ ਹੋਣ, ਉਹ ਵੀ ਬੜੀ ਕੈਲਕੂਲੇਸ਼ਨਸ ਦਾ ਇਸ ਵਕਤ ਸਮਾਂ ਹੈ। ਔਰ ਭੂਟਾਨ ਵੀ, ਮਤਲਬ ਸਾਰੇ ਸਾਡੇ ਜਿਹੜੇ ਨੇਪਾਲ, ਸਾਰੇ ਜਿਹੜੇ ਗੁਆਂਢੀ ਮੁਲਕ ਨੇ, ਕਿਤੇ ਨਾ ਕਿਤੇ ਚਾਈਨਾ ਦਾ ਪ੍ਰਭਾਵ, ਕਿਤੇ ਨਾ ਕਿਤੇ ਇੰਡੀਆ ਦਾ ਪ੍ਰਭਾਵ, ਪਾਕਿਸਤਾਨ ਚਾਈਨਾ ਦੇ ਪ੍ਰਭਾਵ ਦੇ ਵਿੱਚ, ਕਦੇ ਯੂਐਸ ਦੇ ਪ੍ਰਭਾਵ ਦੇ ਵਿੱਚ। ਅਸੀਂ ਯੂਐਸ ਨਾਲ ਦੋਸਤੀ ਨਿਭਾਉਂਦੇ ਹਾਂ, ਅਸੀਂ ਰਸ਼ੀਆ ਨਾਲ ਦੋਸਤੀ ਨਿਭਾਉਂਦੇ ਹਾਂ ਔਰ ਸਾਡਾ ਚੀਨ ਨਾਲ ਟ੍ਰੇਡ ਹੈ। ਮਤਲਬ ਇਹ तमाम ਗੱਲਾਂ ਸੌਫਟ ਪਾਵਰ ਦਾ ਹੀ ਇੱਕ ਨਮੂਨਾ ਨੇ ਕਿ ਗਲਤ ਫਹਿਮੀਆਂ ਦੂਰ ਕਰਦੇ ਰਹੋ, ਟ੍ਰੇਡ ਕਰਦੇ ਰਹੋ, ਬਿਜ਼ਨਸ ਵਧਾਉਂਦੇ ਰਹੋ ਔਰ ਦੋਸਤੀ ਬਣਾਉਂਦੇ ਰਹੋ। ਇਹ ਸਭ तमाम ਗੱਲਾਂ ਉਸੇ ਤਰ੍ਹਾਂ ਪ੍ਰੋਫੈਸ਼ਨਲ ਵੇ ਦੇ ਵਿੱਚ, ਜਿਵੇਂ ਮਾਰਕੀਟ ਦੇ ਰਿਲੇਸ਼ਨਸ ਹੁੰਦੇ ਨੇ, ਲਾਈਕਵਾਈਜ਼ ਉਸੇ ਤਰ੍ਹਾਂ ਹੀ ਮੇਨਟੇਨ ਕੀਤੀਆਂ ਜਾ ਰਹੀਆਂ ਨੇ। ਸੋ ਇਹ ਹੈ ਇਸ ਵਕਤ ਪੂਰੀ ਦੁਨੀਆ ਦੇ ਹਾਲਾਤ ਔਰ ਜਿਸ ਨੂੰ ਅਸੀਂ ਸਾਰੇ ਫੇਸ ਕਰ ਰਹੇ ਹਾਂ। ਔਰ ਇਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ, ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ। ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।